मन मान परतख गुरु निस्तार बाणी बिरलो विचार सी जे को गुरमुख होए एह बाणी महापुरख की निज कर वासा होए मारू महला तीजा जो तुद करना सो कर पाया पाने विच को विरला आया पाना मन्ने सो सुख पाए पाने विच सुख पाइंदा गुरमुख तेरा पाना पावै सहज ही सुख सच कमावै पाने नो लोचै बहुत तेरी अपना पाना आप मनाइंदा तेरा पाना मन्ने सो मिलै तुध आए जिस पाना पावै सो तुझै समाए पाने विच वड्डी वडियाई पाना किसै कराइंदा जां तिस पावै तां गुरु मिलाए गुरमुख नाम पदारथ पाए तुद अपने पाणे सब सृष्ट उपाई जिसनु पाना देह तिस पाइंदा मन मुख अंध करे चतुराई पाना ना मन्ने बहुत दुख पाई पर में भूला आवे जाए कर महल ना कबहू पाइंदा सतगुर मिले दे वडियाई सतगुर की सेवा तुर फुरमाई सतगुर सेवे ता नाम पाए नामे ही सुख पाइंदा सबना सब नामों उपजय
ਨਾਮੋ ਛੀਜੈ ਗੁਰ ਕਿਰਪਾ ਤੇ ਮਨ ਤਨ ਭੀਜੈ ਰਸਨਾ ਨਾਮ ਧਿਆਏ ਰਸ ਭੀਜੈ ਰਸ ਹੀ ਤੇ ਰਸ ਪਾਇਂਦਾ ਮਹਿਲ ਅੰਦਰ ਮਹਿਲ ਕੋ ਪਾਏ ਗੁਰ ਕੈ ਸ਼ਬਦ ਸੱਚ ਚਿਤ ਲਾਏ ਜਿਸਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਿਲਾਇਂਦਾ ਮਹਿਲ ਅੰਦਰ ਮਹਿਲ ਕੋ ਪਾਏ ਗੁਰ ਕੈ ਸ਼ਬਦ ਸੱਚ ਚਿਤ ਲਾਏ ਜਿਸਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਿਲਾਇਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੇ 16 ਬੰਦ ਹਨ। ਪਹਿਲੇ 8 ਬੰਦਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਦੀ ਵਿਚਾਰ ਸਤਿਕਾਰਯੋਗ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਸੋਦਰ ਰਹਿਰਾਜ ਸਾਹਿਬ ਜੀ ਦੀ ਬਾਣੀ ਦਾ ਪਾਠ ਅੱਜ ਤੋਂ 15 ਮਿੰਟ ਪਹਿਲਾਂ ਆਰੰਭ ਹੋਵੇਗਾ। ਸਮੇਂ ਦੀ ਮੌਸਮ ਦੀ ਤਬਦੀਲੀ ਕਰਕੇ ਜੋ ਰੋਜ਼ ਦੇ ਨਿਤਨੇਮੀ ਸਤਸੰਗੀ ਹਨ ਉਹਨਾਂ ਨੂੰ ਬੇਨਤੀ ਹੈ ਕਿ ਪਾਠ ਦੀ ਆਰੰਭਤਾ 6:15 ਤੇ ਹੋਵੇਗੀ। 6:55 ਤੱਕ ਅਰਦਾਸ ਸ਼੍ਰੀ ਮੁੱਖ ਵਾਕ ਦਾ ਸਮਾਂ ਹੈ। ਫਿਰ 8 ਵਜੇ ਤੱਕ ਕੀਰਤਨ, 9 ਵਜੇ ਤੱਕ ਕਥਾ, 9:45 ਵਜੇ ਤੱਕ ਕੀਰਤਨ, ਫਿਰ ਦਰਬਾਰ ਦੀ ਜੋ ਮਹਾਰਾਜ ਦੇ ਸੁਖ ਆਸਣ ਦੀ ਸਮਾਪਤੀ ਦੀ ਸੇਵਾ ਆਰੰਭ ਹੋਵੇਗੀ। ਸੋ ਰੋਜ਼ ਦੇ ਸਤਸੰਗੀਆਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮਾਂ ਜ਼ਰੂਰ ਨੋਟ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮੈਂ ਨਾਹੀ ਕਛੁ ਨਹੀਂ किछ आह न मोरा अवसर लज्जा राख ले हो सदना जन तोरा। जागत जोत सतगुरु धन श्री गुरु ग्रंथ साहिब पातशाह जी की पावन हजूरी विच धन श्री गुरु हरकृष्ण साहब महाराज के इस पावन चरण छो प्राप्त गुरु अस्थान ते विराजमान समूह गुरमुख प्यारे सत्संगी जनों कलगीधर पातशाह हजूर की बख्शिश की गुरफतेह सांझी करिए जी। वाहिगुरु जी का खालसा वाहिगुरु जी की फतेह।
ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਰੂ ਰਾਗ ਅੰਦਰ ਦਰਜ ਸੋਹਲੇ ਨਾਮ ਦਾ ਇਹ ਵਚਨ ਆਪ ਜੀ ਨੇ ਗੁਰੂ ਸਵਾਰੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਪਾਸੋਂ ਸ਼ਰਵਣ ਕੀਤਾ। ਸੋਲ੍ਹੇ ਦਾ ਅਰਥ ਆਪ ਜੀ ਨੂੰ ਪਿਛਲੇ ਦਿਨਾਂ ਵਿੱਚ ਵਿਦਵਾਨ ਗੁਰਮੁਖ ਪਿਆਰਿਆਂ ਨੇ ਦੱਸਿਆ ਹੋਣਾ। ਸਪਸ਼ਟ ਰੂਪ ਦੇ ਵਿੱਚ ਅਰਥ ਗੁਣਗਾਨ, ਸਿਫਤ ਸਲਾਹ। ਗੁਰੂ ਸਾਹਿਬਾਨ ਨੇ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਬਖਸ਼ਿਸ਼ ਹੋਈ ਇਸ ਬਾਣੀ ਦੇ ਵਿੱਚ ਇੱਕੋ ਇੱਕ ਮੁੱਖ ਮਕਸਦ ਰੱਖਿਆ, ਇਸ ਬਾਣੀ ਦੀ ਦਾਤ ਨੂੰ ਸਾਡੀ ਝੋਲੀ ਪਾਉਣ ਨੂੰ, ਕਿ ਜਿਸ ਪਰਮ ਸ਼ਕਤੀ ਸਰਬ ਸ਼ਕਤੀਮਾਨ ਜਿਸਨੂੰ ਕਰਤਾ ਪੁਰਖ ਵਾਹਿਗੁਰੂ ਪ੍ਰਭੂ ਜੀ ਕਰਕੇ ਤੇ ਹੋਰ ਅਣਗਿਣਤ ਨਾਵਾਂ ਨਾਲ ਯਾਦ ਕੀਤਾ ਜਾਂਦਾ ਇਸ ਸੰਸਾਰ ਦੇ ਮਨੁੱਖਾਂ ਵੱਲੋਂ, ਉਹਦੇ ਰਾਹੀਂ ਮਿਲੇ ਹੋਏ ਇਸ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦੇ ਵਾਸਤੇ ਉਹਦੀ ਸਿਫਤ ਸਲਾਹ, ਉਹਦਾ ਗੁਣਗਾਨ, ਉਹਦੀ ਸਿਫਤਾਂ ਭਰੀ ਯਾਦ ਇਹ ਨਿਰੰਤਰ ਬਣੀ ਰਹੇ। ਇਹਦੇ ਲਈ ਵਾਹਿਗੁਰੂ ਜੀ ਦੀਆਂ ਚੰਗਿਆਈਆਂ ਦਾ, ਵਾਹਿਗੁਰੂ ਜੀ ਦੀਆਂ ਵਡਿਆਈਆਂ ਦਾ, ਵਾਹਿਗੁਰੂ ਜੀ ਦੀ ਅਨੰਤ ਅਨੰਤ ਮਹਿਮਾ ਦਾ ਬਾਰੰਬਾਰ ਵੱਖੋ ਵੱਖਰੇ ਢੰਗ ਨਾਲ ਪਿਆਰ ਭਰਿਆ ਚੇਤਾ ਬਣਾਇਆ ਰੱਖੇ ਮਨੁੱਖ ਆਪਣੇ ਅੰਦਰ, ਤਾਂ ਇਹਦੇ ਵਿੱਚ ਜ਼ਿੰਦਗੀ ਦੇ ਲੰਘ ਰਹੇ ਸਵਾਸਾਂ ਦਾ ਭਲਾ ਹੈ, ਇਹਦੇ ਵਿੱਚ ਸੁੱਖ ਹੈ, ਇਹਦੇ ਵਿੱਚ ਆਨੰਦ ਹੈ, ਇਹਦੇ ਵਿੱਚ ਅੰਦਰ ਦਾ ਟਿਕਾਓ ਹੈ, ਅਡੋਲਤਾ ਹੈ, ਸਹਿਜ ਹੈ। ਇਸ ਬਾਣੀ ਦੇ ਵਿੱਚ ਵੀ ਅੱਜ ਜੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੇ ਵਚਨ, ਇਹੋ ਹੀ ਗੱਲ ਗੁਰੂਦੇਵ ਨੇ ਸਾਨੂੰ ਸਮਝਾਉਣ ਦੀ ਪਰ ਉਪਕਾਰੀ ਬਖਸ਼ਿਸ਼ ਕੀਤੀ ਹੈ। ਭਾਈ, ਉਹ ਪਰਮ ਪਿਤਾ ਪਰਮਾਤਮਾ, ਉਹ ਵਾਹਿਗੁਰੂ ਜਿਸ ਨੇ ਇਹ ਸਾਰੇ ਦਿਸਦੇ ਅਣਦਿਸਦੇ ਪਸਾਰੇ ਨੂੰ ਹੋਂਦ ਵਿੱਚ ਲਿਆਂਦਾ ਹੈ, ਇਸ ਗੱਲ ਦੇ ਉੱਤੇ ਯਕੀਨ ਕਰਨਾ ਹੈ, ਇਸ ਗੱਲ ਤੇ ਭਰੋਸਾ ਲਿਆਉਣਾ ਹੈ ਕਿ ਇਸ ਦਿਸਦੇ ਪਸਾਰੇ ਨੂੰ ਰਚਣ ਵਾਲੀ ਇੱਕ ਪਰਮ ਸ਼ਕਤੀ ਹੈ, ਜਿਸ ਦੇ ਮੁਕਾਬਲੇ ਵਿੱਚ ਹੋਰ ਕੋਈ ਸ਼ਕਤੀ ਨਹੀਂ ਹੈ। ਉਸ ਤੋਂ ਉੱਪਰ ਹੋਣ ਦੀ ਗੱਲ ਤੇ ਸੋਚੀ ਵੀ ਨਹੀਂ ਜਾ ਸਕਦੀ, ਉਹਦੇ ਬਰਾਬਰ ਵੀ ਕੋਈ ਸ਼ਕਤੀ ਨਹੀਂ ਹੈ। ਇਹ ਗੁਰੂਦੇਵ ਕਹਿੰਦੇ ਤੁਸੀਂ ਆਪਣੇ ਅੰਦਰ ਭਰੋਸਾ ਬਣਾਓ, ਯਕੀਨ ਬਣਾਓ, ਇਸ ਗੱਲ ਨੂੰ ਸਮਝਣ ਦਾ ਯਤਨ ਕਰੋ। ਫਿਰ ਇਸ ਤੋਂ ਅੱਗੇ ਅਸੀਂ ਜਿਹੜੇ ਸਾਜੇ ਹੋਏ ਹਾਂ, ਜਿਨ੍ਹਾਂ ਨੂੰ ਇਹ ਜੀਵਨ ਮਿਲਿਆ ਮਨੁੱਖ ਦੇ ਰੂਪ ਵਿੱਚ, ਇਹਨਾਂ ਨੇ ਉਹ ਕਰਤਾ ਪੁਰਖ ਵਾਹਿਗੁਰੂ ਜੀ ਦੇ ਇਸ ਰਚਨ ਵਾਲੇ ਕੌਤਕ ਨੂੰ ਸਮਝਦਿਆਂ ਹੋਇਆਂ ਉਸ ਦੇ ਇਸ ਕੌਤਕ ਦੇ ਪ੍ਰਤੀ ਉਹਦੇ ਮਨ ਦੇ ਅੰਦਰ ਜੋ ਫੁਰਨਾ ਆਇਆ, ਤੇ ਫਿਰ ਉਸ ਫੁਰਨੇ ਨੂੰ ਕਿਰਿਆਤਮਕ ਰੂਪ ਦੇ ਕੇ ਜੋ ਕੁਝ ਇੱਥੇ ਕੀਤਾ ਗਿਆ ਉਸ ਨੂੰ ਸਤ ਕਰਕੇ ਮੰਨਣਾ, ਉਸ ਨੂੰ ਭਲਾ ਕਰਕੇ ਜਾਣਨਾ, ਉਹਦੇ ਵਿੱਚੋਂ ਆਪਣੇ ਜੀਵਨ ਦਾ ਸੁੱਖ ਲੱਭਣ ਦੇ ਲਈ ਸਮਤ ਪ੍ਰਾਪਤ ਕਰਨੀ। ਮਹਾਰਾਜ ਕਹਿੰਦੇ ਇਹ ਮਨੁੱਖਾ ਜੀਵਨ ਦੀ ਕਾਮਯਾਬੀ ਦਾ ਇੱਕੋ ਇੱਕ ਕੇਂਦਰੀ ਨੁਕਤਾ ਹੈ। ਇਸ ਗੱਲ ਨੂੰ ਹੀ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਬਾਰੰਬਾਰ ਦ੍ਰਿੜ ਕਰਾਉਣਾ ਚਾਹੁੰਦਾ
ਜਦੋਂ ਮੇਰੇ ਕੋਲ ਆਓ ਤਾਂ ਤੁਹਾਡੇ ਅੰਦਰ ਇਹ ਭਾਵਨੀ ਆਉਣੀ ਚਾਹੀਦੀ ਹੈ, ਇਹ ਅਹਿਸਾਸ ਬਣਨਾ ਚਾਹੀਦਾ ਹੈ ਕਿ ਜੋ ਕੁਝ ਇੱਥੇ ਤੁਹਾਨੂੰ ਸਮਝਾਇਆ ਜਾਣਾ ਹੈ, ਬੁਝਾਇਆ ਜਾਣਾ ਹੈ, ਉਹਦਾ ਇੱਕੋ ਇੱਕ ਮਕਸਦ ਇਹ ਹੈ ਕਿ ਜੋ ਕੁਝ ਕਰਤਾ ਪੁਰਖ ਵਾਹਿਗੁਰੂ ਜੀ ਨੇ ਕੀਤਾ ਹੈ ਉਹ ਭਲਾ ਹੈ। ਉਹਦੇ ਵਿੱਚ ਕੁਝ ਵੀ ਅਯੋਗ ਨਹੀਂ ਹੈ, ਗਲਤ ਨਹੀਂ ਹੈ। ਹਾਲਾਂਕਿ ਅਸੀਂ ਜਦੋਂ ਇਸ ਸੰਸਾਰ ਦੇ ਵਿੱਚ ਵਿਚਰਦੇ ਹਾਂ, ਬਹੁਤ ਵਾਰੀ, ਅਣਗਿਣਤ ਵਾਰੀ ਇਹ ਮੌਕੇ ਆਉਂਦੇ ਨੇ ਜਦੋਂ ਸਾਡੇ ਅੰਦਰ ਇਹ ਭਾਵਨਾ ਉੱਠਦੀ ਹੈ, ਇਹ ਖਿਆਲ ਉੱਠਦਾ ਹੈ, ਇਹ ਕਿਉਂ ਹੋ ਗਿਆ, ਇਹ ਕਿਵੇਂ ਹੋ ਗਿਆ, ਇਹ ਨਹੀਂ ਸੀ ਹੋਣਾ ਚਾਹੀਦਾ, ਇਹ ਗਲਤ ਹੋ ਗਿਆ। ਔਰ ਉਸ ਵੇਲੇ ਅਸੀਂ ਗਿਲਿਆਂ ਸ਼ਿਕਵਿਆਂ ਨਾਲ ਭਰਦੇ ਹਾਂ, ਇਹ ਨਹੀਂ ਸੀ ਹੋਣਾ ਚਾਹੀਦਾ, ਇਹਦੇ ਕਰਕੇ ਅਸੀਂ ਬੇਚੈਨ ਹੁੰਨੇ ਆ, ਇਹਦੇ ਕਰਕੇ ਅਸੀਂ ਅਸ਼ਾਂਤ ਹੁੰਨੇ ਆ। ਹੁਣ ਮਹਾਰਾਜ ਸਾਨੂੰ ਅੱਜ ਦੇ ਇਸ ਬਚਨ ਵਿੱਚ ਗੁਰੂ ਪਿਆਰਿਓ ਇਹ ਸਮਝਾਉਣਾ ਚਾਹੁੰਦੇ ਨੇ, ਤੁਸੀਂ ਪਰੇਸ਼ਾਨ ਹੁੰਨੇ ਹੋ, ਤੁਸੀਂ ਬੇਚੈਨ ਹੁੰਨੇ ਹੋ, ਉਦਾਸ ਹੁੰਨੇ ਹੋ, ਨਿਰਾਸ਼ ਹੋ ਜਾਂਦੇ ਹੋ, ਕ੍ਰਿਜਦੇ ਹੋ, ਕਲਪਦੇ ਹੋ, ਤੁਸੀਂ ਸਮਾਂ ਤੇ ਲੰਘ ਜਾਂਦਾ, ਪਰ ਇਹ ਜਿਹੜਾ ਸਮਾਂ ਕ੍ਰਿਜਦਿਆਂ ਕਲਪਦਿਆਂ ਨਿਕਲਿਆ, ਪਰੇਸ਼ਾਨ ਹੁੰਦਿਆਂ ਨਿਕਲਿਆ, ਸ਼ਿਕਵਿਆਂ ਦੇ ਵਿੱਚ ਨਿਕਲਿਆ, ਚਾਹੁੰਦੇ ਤੇ ਨਹੀਂ ਸੀ ਕਿ ਇਸ ਤਰ੍ਹਾਂ ਸਮਾਂ ਗੁਜ਼ਰੇ। ਤੁਸੀਂ ਤਾਂ ਖੁਸ਼ੀ-ਖੁਸ਼ੀ ਆਨੰਦ ਦੇ ਵਿੱਚ, ਸੁੱਖ ਦੇ ਵਿੱਚ ਸਮਾਂ ਗੁਜ਼ਾਰਨਾ ਚਾਹੁੰਦੇ ਸੀ। ਤੁਹਾਡੇ ਅੰਦਰ ਦੀ ਮਨੋ ਅਵਸਥਾ ਹੀ ਇਹ ਹੈ ਕਿ ਹਮੇਸ਼ਾ ਹੀ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ, ਆਨੰਦਿਤ ਰਹਿਣਾ ਚਾਹੁੰਦੇ ਹੋ। ਪਰ ਜੇ ਇਸ ਤਰ੍ਹਾਂ ਨਹੀਂ ਹੁੰਦਾ ਤੇ ਉਹਦੇ ਪਿੱਛੇ ਇਹ ਖਿਆਲ ਬਾਰ-ਬਾਰ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦਾ ਕਿ ਕਿਤੇ ਨਾ ਕਿਤੇ ਕੋਈ ਗੱਲ ਸਾਨੂੰ ਚੰਗੀ ਨਹੀਂ ਲੱਗੀ, ਉਹਦੇ ਕਰਕੇ ਅਸੀਂ ਪਰੇਸ਼ਾਨ ਹੋਏ। ਭਾਵੇਂ ਇਸ ਸੰਸਾਰ ਵਿੱਚ ਆਪਣੇ ਪਰਿਵਾਰ ਦੀ, ਭਾਵੇਂ ਇਸ ਸੰਸਾਰ ਦੀ, ਤੇ ਭਾਵੇਂ ਨਿਰੰਕਾਰ ਦੀ, ਸਾਨੂੰ ਕੋਈ ਗੱਲ ਕਿਸੇ ਵੇਲੇ ਨਹੀਂ ਚੰਗੀ ਲੱਗੀ ਤਾਂ ਅਸੀਂ ਉਹ ਚੰਗੀ ਨਾ ਲੱਗਣ ਕਰਕੇ ਪਰੇਸ਼ਾਨ ਹੋਏ, ਕ੍ਰਿਜੇ, ਕ੍ਰੋਧਿਤ ਹੋਏ, ਉਦਾਸ ਹੋਏ, ਨਿਰਾਸ਼ ਹੋਏ, ਭਟਕਣਾ ਵਿੱਚ ਚਲੇ ਗਏ। ਔਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਹ ਭਟਕਣਾ, ਇਹ ਨਿਰਾਸ਼ਾ, ਇਹ ਉਦਾਸੀ ਮੁੱਕੇ ਸਾਡੇ ਜੀਵਨ ਵਿੱਚੋਂ, ਅਸੀਂ ਆਨੰਦ ਵਿੱਚ ਹੋਈਏ, ਸੁੱਖ ਵਿੱਚ ਆਈਏ। ਪਰ ਬਹੁਤੀ ਵਾਰੀ ਸਾਨੂੰ ਪਤਾ ਨਹੀਂ ਲੱਗਦਾ, ਗੱਲ ਪਕੜ ਵਿੱਚ ਨਹੀਂ ਆਉਂਦੀ, ਕ੍ਰਿਜੀ ਜਾਂਦੇ ਆ, ਉਦਾਸ ਹੋਈ ਜਾਂਦੇ ਆ, ਕਲਪੀ ਜਾਂਦੇ ਆ, ਪਰ ਉਸ ਅਣਸੁਖਾਵੀਂ ਅਵਸਥਾ ਵਿੱਚੋਂ ਬਾਹਰ ਨਿਕਲਣ ਦੇ ਲਈ ਕਲੂ ਹੱਥ ਨਹੀਂ ਆਉਂਦਾ, ਨੁਕਤਾ ਹੱਥ ਵਿੱਚ ਨਹੀਂ ਆਉਂਦਾ, ਸਪਸ਼ਟਤਾ ਨਹੀਂ ਆਉਂਦੀ, ਕਰੀਏ ਕੀ। ਅੱਜ ਜਿਹੜਾ ਬਚਨ ਗੁਰੂਦੇਵ ਨੇ ਸਾਨੂੰ ਸਮਝਾਇਆ ਨਾ, ਮਹਾਰਾਜ ਕਹਿੰਦੇ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਐਸਾ ਅਟੱਲ ਨਿਯਮ ਬਣ ਜਾਣਾ ਚਾਹੀਦਾ ਹੈ। ਇਹੋ ਹੀ ਇੱਕ ਨਿਯਮ ਹੈ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਉਦਾਸੀ, ਨਿਰਾਸ਼ਾ, ਕਲਪਨਾ ਤੋਂ, ਭਟਕਣਾ ਤੋਂ ਬਾਹਰ ਕੱਢ ਕੇ ਟਿਕਾਓ ਦੇ ਵਿੱਚ ਲਿਆ ਸਕਦਾ ਹੈ, ਆਨੰਦ ਵਿੱਚ ਲਿਆ ਸਕਦਾ ਹੈ। ਨਹੀਂ ਤੇ ਕਲਪੀ ਜਾਓ, ਮਹਾਰਾਜ ਕਹਿੰਦੇ, ਗਿਲੇ ਸ਼ਿਕਵਿਆਂ 'ਚ ਸਮਾਂ ਗੁਜ਼ਾਰੀ ਜਾਓ, ਗੁਜ਼ਰ ਜਾਏਗਾ। ਪਰ ਇਹ ਸਮਾਂ ਗੁਜ਼ਰਿਆ ਮਾਣ ਕਰਨ ਯੋਗ ਨਹੀਂ ਹੁੰਦਾ। ਇਹੋ ਜਿਹੇ ਗੁਜ਼ਰ ਰਹੇ ਪਲਾਂ ਦੇ ਉੱਤੇ ਅਸੀਂ ਮਾਣ ਨਹੀਂ ਕਰ ਸਕਦੇ। ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਦੱਸਾਂ, ਜ਼ਿੰਦਗੀ ਦੇ ਲੰਘ ਰਹੇ ਪਲਾਂ ਨੂੰ, ਸਵਾਸਾਂ ਨੂੰ ਮਾਣ ਕਰਨ ਯੋਗ ਕਿਵੇਂ ਬਣਾਉਣਾ ਹੈ, ਆਨੰਦਮਈ ਕਿਵੇਂ ਬਣਾਉਣਾ ਹੈ, ਸੁਖਦਾਇਕ ਟਿਕਾਓ ਵਾਲੇ ਕਿਵੇਂ ਬਣਾਉਣਾ ਹੈ। ਹੁਣ ਗੁਰੂਦੇਵ ਕਹਿੰਦੇ ਕਰਤਾ ਪੁਰਖ ਵਾਹਿਗੁਰੂ, ਪਰਮ ਪਿਤਾ ਪਰਮਾਤਮਾ, ਉਹ ਮਹਾ ਸ਼ਕਤੀ, ਉਹ ਪਰਮ ਸ਼ਕਤੀ, ਇਹ ਯਕੀਨ ਆਪਣੇ ਅੰਦਰ ਲਿਆਓ ਕਿ ਮੈਂ ਜਿਹੜਾ ਇਸ ਸੰਸਾਰ ਦੇ ਵਿੱਚ ਇਹ ਸਰੀਰ ਧਾਰਨ ਕਰੀ ਬੈਠਾ,
अपने तो शुरू करिए असी। मेरी ये जिहड़ी जिंदगी दी होंद है, मेरी जिंदगी दा ये सफर है, ये मेरी मर्जी नाल नहीं, मेरी किसी समझ नाल, सोच नाल, मेरी किसी समर्था नाल होंद विच नहीं आया। ਇਹਦੇ ਪਿੱਛੇ कोई महाशक्ति, कोई परम शक्ति काम कर रही है। फिर ये जेड़ा मेरा परिवार है, ये जेड़ा संसार है, ये जेड़ा दिसदा पसार है, ये भी उस परम शक्ति दी ही मर्जी नाल, उहदे हुक्म नाल, उहदे भाणे विच, उहदे फरमान दे राही होंद विच आया। इस तो अगली गल, जे उस दे हुक्म विच आया है, मेरी मर्जी नाल नहीं ये सब कुछ होया, ते फिर ना ही मेरी मर्जी दे नाल ये मेरे जीवन दी गति रुकनी है, मेरे जीवन दा सफर मेरी मर्जी नाल नहीं मुकना, वो देण वाले दे राही ही ये जीवन दा सफर भी मुकना है। तां फिर इस गल नूं भी महाराज कहंदे प्रवान करना सीखो। फिर मेरी जिंदगी ही नहीं, मेरे परिवार की जिंदगी, मेरे रिश्तेदार भाई बंद, वो भावें किसी भी रिश्ते के रूप में मेरे नाल जुड़े ने, मैं उन्हां नाल जुड़िया, उन्हां दी जिंदगी, उन्हां दा मेरे नाल संबंध भी करता पुरख वाहिगुरू जी की मर्जी नाल होंद विच आया, ते उन्हां दी मर्जी नाल ही ये संबंध किसी वेले विछोड़े का रूप धारण करनगे। इसे तरह इस संसार दे विच जो कुछ मैनू मिले है, धन पदार्थ के रूप विच, सुख साधना के रूप विच, मान पदवियां के रूप विच, ये सारा कुछ भी मेरी मर्जी नाल नहीं, करता पुरख वाहिगुरू जी की मर्जी नाल मिलिया, ते ओ जदों चाहे ये मेरे कोलों लै भी सकता है। ते मैनू ये गल प्रवान करनी सीखनी पैनी है अपनी जीवन। मैनू ये प्रवान करना चाहिए है, जे नहीं तो महाराज कहते बस इत्थे ही तुहाडे आनंद विच, सुख विच रुकावट आउंदी है। मैं बेनती करा आप जी दे चरनां विच, देखो आपां सारे ही जदों अपनी जिंदगी शुरू करदे हां, होश विच आउंदे हां, अपने परिवार दे जीआं नाल मिलदे जुलदे हां, तां एक वरतारा साडे सामने स्पष्ट हुंदा। कदी कोई साडे उत्ते मां प्यो दे रूप विच, भैण भरावां दे रूप विच अपनी मर्जी साडे ते थोपदा, कदी असीं अपनी मर्जी जिहड़ी है वो दूजियां सामने प्रगट करदे हां, चाहुंदे हां साडी मर्जी मुताबक होवे। छोटा जिहा बच्चा भी जिहड़ा है वो चाहुंदा है जो मैं चाहुंदा उसे तरह ही होवे। जदों नहीं हुंदा ते वो छटपटाउंदा है, रोंदा है। जदों साडी मर्जी दे नाल परिवार दे जी नहीं विचरदे, असीं छटपटाउने हां, असीं क्रोधित होने हां, कलपदे हां, उत्थों झगड़े कलेश पैदा। पर यह भी गल गुरु प्यारिओ बड़ी स्पष्ट समझ विच आउण वाली है कि जे उस कल्पना नूं मुकाउणा, जो उस झगड़े कलेश नूं मुकाउणा है, वो पैदा हुई दुविधा नूं, वाद विवाद नूं मुकाउणा है, तां किसे ना किसे नूं ते किसे दी गल मननी ही पैनी है ना जी। किसे दी मर्जी अनुसार ते अपने आप नूं, अपनी मर्जी नूं ढालना ही पएगा ना जी। जे नहीं करांगे ते हर कोई अपनी मर्जी दा किला गढ़ के बैठा रहेगा, तां फिर कला कलेश ते है, झगड़े ते बने रहणगे। और यह बने हुए ने इस संसार दे विच। असीं अपने परिवारां तो शुरू करके इस जिथे भी साडे संबंध बनते ने, रोज वरतों विहार हुंदा है साडा, उत्थे जिथे जिथे भी मर्जियां टकराउंदियां ने, उथे उथे झगड़े कलेश कले हुंदे। इसे करके सियाणे कहंदे है भई जे सुख लैना ते जां ते किसे दे बन जाओ जां किसे नूं अपना बना लो। गल ठीक ढंग नाल जीवन विच सुखावी चलदी रहेगी, नहीं ते टकराओ है, ते उस टकराओ दे विच कला कलेश है। कला कलेश विच जो नतीजे निकलणगे वो कदे भी आनंदमई सुखावे नहीं निकल सकते। हुण साहब कहंदे इहो ही नियम जिहड़ा है ना, वो धर्म के खेतर विच भी काम करदा है। इत्थे गुरु साहब कोल असीं आउणे आ,
ਇੱਥੇ ਆ ਕੇ ਮੱਥਾ ਟੇਕਦੇ ਆ, ਭੇਟਾਵਾਂ ਚੜਾਉਨੇ ਆ, ਮਕਸਦ ਕੀ ਹੈ ਇਹਦਾ, ਮਤਲਬ ਕੀ ਹੈ? ਇਹ ਗੁਰੂ ਸਾਹਿਬ ਆਪਣੀ ਮਰਜ਼ੀ ਬਾਹਰ ਛੱਡੀ, ਆਪਣੀ ਮੱਤ ਬਾਹਰ ਛੱਡੀ, ਹੁਣ ਇੱਥੇ ਤੁਹਾਡੇ ਅੱਗੇ ਝੁਕ ਰਹੇ ਆ ਇਸ ਭਾਵਨਾ ਨਾਲ ਕਿ ਹੁਣ ਜੋ ਤੁਹਾਡੀ ਮਰਜ਼ੀ ਹੈ, ਜੋ ਤੁਹਾਡਾ ਹੁਕਮ ਹੈ, ਜੋ ਤੁਹਾਡੀ ਆਗਿਆ ਹੈ, ਜੋ ਤੁਹਾਨੂੰ ਚੰਗਾ ਲੱਗੇ, ਅਸੀਂ ਉਸ ਦੇ ਅਨੁਸਾਰ ਚੱਲਣ ਲਈ ਤਿਆਰ। ਮੱਥਾ ਟੇਕਦੇ ਆ, ਹੱਥ ਜੋੜਦੇ ਆ। ਭਾਵੇਂ ਖਿਮਾ ਕਰਨਾ ਅਸੀਂ ਦੇਖਾ ਦੇਖੀ ਕਰ ਰਹੇ ਆ ਜਾਂ ਅਚੇਤ ਹੋ ਕੇ ਕਰਮ ਕਾਂਡ ਦੇ ਰੂਪ ਵਿੱਚ ਕਰ ਰਹੇ ਆ, ਕਰ ਰਹੇ ਆ, ਪਰ ਜੇ ਕਿਤੇ ਸੁਚੇਤ ਹੋ ਕੇ ਕੀਤਾ ਜਾਵੇ, ਹੱਥ ਜੋੜੇ ਜਾਣ, ਮੱਥਾ ਟੇਕਿਆ ਜਾਵੇ, ਤੇ ਇਹ ਮੱਥਾ ਟੇਕਣ ਵੇਲੇ, ਹੱਥ ਜੋੜਨ ਵੇਲੇ, ਭੇਟਾਵਾਂ ਚੜਾਉਣ ਵੇਲੇ ਜੇ ਇਹ ਗੱਲ ਧੁਰ ਅੰਦਰ ਸਾਡੇ ਮਨ ਵਿੱਚ, ਸਾਡੇ ਚੇਤੇ ਵਿੱਚ ਦ੍ਰਿੜ ਹੋਵੇ ਕਿ ਮੈਂ ਹੁਣ ਜਿਹੜਾ ਮੱਥਾ ਟੇਕ ਰਿਹਾ ਇਹ ਸਰੀਰ ਕਰਕੇ ਨਹੀਂ ਟੇਕ ਰਿਹਾ, ਬਲਕਿ ਮਨ ਦੀ ਇਸ ਭਾਵਨਾ ਨਾਲ, ਮਤ ਦੀ ਇਸ ਭਾਵਨਾ ਨਾਲ ਟੇਕ ਰਿਹਾ ਕਿ ਪਾਤਸ਼ਾਹ ਨਹੀਂ, ਮੈਂ ਆਪਣੀ ਮਤ ਨਾਲ ਬਹੁਤ ਚੱਲ ਕੇ ਦੇਖ ਲਿਆ, ਗੱਲ ਨਹੀਂ ਬਣ ਰਹੀ, ਠੋਕਰਾਂ ਨਹੀਂ ਮੁੱਕ ਰਹੀਆਂ, ਭਟਕਣਾ ਨਹੀਂ ਮੁੱਕ ਰਹੀ, ਤੁਹਾਡੇ ਕੋਲ ਆਇਆ, ਕੋਈ ਕਿਰਪਾ ਕਰ ਦਿਓ, ਕੋਈ ਇਹੋ ਜਿਹੀ ਮਤ ਮੈਨੂੰ ਦੇ ਦਿਓ, ਕੋਈ ਇਹੋ ਜਿਹੀ ਕਿਰਪਾ ਨਾਲ ਸੋਝੀ ਦੇ ਦਿਓ ਮੈਨੂੰ, ਜਿਹਦੇ ਨਾਲ ਗੱਲ ਬਣ ਜਾਏ ਜ਼ਿੰਦਗੀ, ਇਹ ਅਣਸੁਖਾਵਾਂਪਣ ਮੁੱਕ ਜਾਏ। ਅੱਜ ਮੈਂ ਤੁਹਾਡੇ ਸਾਹਮਣੇ ਹੱਥ ਜੋੜਦਾ, ਮਹਾਰਾਜ ਕਿਰਪਾ ਕਰੋ। ਹੁਣ ਇਹ ਭਾਵਨਾ ਜੇ ਅੰਦਰ ਦ੍ਰਿੜ ਹੋ ਜਾਏ ਤਾਂ ਫਿਰ ਇੱਥੋਂ ਗੱਲ ਸ਼ੁਰੂ ਹੁੰਦੀ ਹੈ। ਹੁਣ ਅਗਲੀ ਗੱਲ ਕੀ ਸ਼ੁਰੂ ਹੁੰਦੀ ਹੈ ਜੀ? ਹੁਣ ਮਹਾਰਾਜ ਦੱਸੋ ਤੁਹਾਡੀ ਮਤ ਕਿਹੜੀ ਹੈ, ਤੁਹਾਨੂੰ ਕੀ ਚੰਗਾ ਲੱਗਦਾ ਹੈ, ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ ਹੋ, ਤੁਹਾਡੇ ਅਨੁਸਾਰ ਮੇਰੇ ਲਈ ਕਿਹੜੀ ਗੱਲ ਠੀਕ ਹੈ, ਕਿਹੜੀ ਗੱਲ ਗਲਤ ਹੈ, ਹੁਣ ਕਿਰਪਾ ਕਰਕੇ ਮੈਨੂੰ ਇਹ ਦੱਸੋ। ਇੱਥੋਂ ਸ਼ੁਰੂ ਹੁੰਦੀ ਹੈ ਗੁਰੂ ਦੇ ਬਾਣੀ ਦੇ ਪਠਨ ਪਾਠਨ ਦੀ, ਕੀਰਤਨ ਦੀ, ਵਿਚਾਰ ਦੀ ਗੱਲ। ਜਦੋਂ ਅਸੀਂ ਬਾਣੀ ਦਾ ਪਠਨ ਪਾਠਨ, ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ ਕਰਦੇ ਸੁਣਦੇ ਆ ਤਾਂ ਇਹਦੇ ਵਿੱਚੋਂ ਫਿਰ ਗੁਰੂ ਦੀ ਮੱਤ ਸਪਸ਼ਟ ਹੁੰਦੀ ਹੈ ਕਿ ਭਾਈ ਇਹ ਕੁਛ ਕਰੋ ਜ਼ਿੰਦਗੀ ਵਿੱਚ, ਇਹ ਨਾ ਕਰੋ, ਇਹ ਕਰੋਗੇ ਤੇ ਤੁਹਾਡੇ ਜੀਵਨ ਵਿੱਚ ਜੋ ਤੁਸੀਂ ਇੱਥੇ ਇੱਛਾ ਲੈ ਕੇ ਆਏ ਹੋ, ਸੁਖਾਵੇਂ ਆਨੰਦਮਈ ਪਲਾਂ ਦੀ, ਉਹ ਸੰਭਾਵਨਾ ਤੁਹਾਡੇ ਜੀਵਨ ਵਿੱਚ ਬਣ ਜਾਏਗੀ। ਆ ਗਏ ਹੋ, ਪੜ੍ਹ ਲਿਆ, ਸੁਣ ਲਿਆ, ਗਾ ਲਿਆ, ਵਿਚਾਰ ਲਿਆ, ਜੇ ਸੁਣ ਕੇ ਅਣਸੁਣਿਆ ਕਰ ਦਿਓਗੇ, ਆ ਗਏ ਚਲੇ ਗਏ, ਆਉਂਦੇ ਰਹੋ ਚਲੇ ਜਾਂਦੇ ਰਹੋ, ਫਰਕ ਨਹੀਂ ਪੈਣਾ ਜੀਵਨ ਵਿੱਚ, ਖੜੋਤ ਨਹੀਂ ਟੁੱਟੇਗੀ। ਜਿਹੜੀ ਭਾਵਨਾ ਲੈ ਕੇ ਆਈ ਸੀ ਉਹ ਭਾਵਨਾ ਪੂਰੀ ਨਹੀਂ ਹੋਣੀ। ਔਰ ਭਾਵੇਂ ਤੁਸੀਂ ਮੇਰੇ ਕੋਲ ਆ ਕੇ ਸਾਰੀ ਜ਼ਿੰਦਗੀ ਵੀ ਗੁਜ਼ਾਰ ਦਿਓ, ਭਾਵੇਂ ਦੁਨੀਆ ਭਰ ਦੇ ਇੱਥੇ ਧਨ ਪਦਾਰਥ ਮੇਰੇ ਕੋਲ ਭੇਟਾ ਵੀ ਕਰ ਦਿਓ, ਜਿੰਨਾ ਚਿਰ ਤੱਕ ਜੋ ਮੈਂ ਆਖਿਆ ਉਹਨੂੰ ਤੁਸੀਂ ਸੱਤ ਕਰਕੇ ਆਪਣੇ ਮਨ ਤੇ, ਆਪਣੀ ਮਤ ਤੇ, ਆਪਣੀ ਮਰਜ਼ੀ ਤੇ ਲਾਗੂ ਨਹੀਂ ਕਰੋਗੇ, ਉਹਨਾਂ ਚਿਰ ਤੱਕ ਤਬਦੀਲੀ ਨਹੀਂ ਆਉਣੀ, ਨਤੀਜੇ ਸੁਖਾਵੇਂ ਨਹੀਂ ਬਣਨਗੇ। ਤੋ ਇਹ ਇੱਕ ਮਰਿਆਦਾ, ਇਹ ਇੱਕ ਨਿਯਮ। ਹੁਣ ਜਦੋਂ ਗੁਰੂ ਸਾਹਿਬ ਦੀ ਇਹ ਮਤ ਗੁਰਬਾਣੀ ਰਾਹੀਂ ਸਾਡੇ ਸਾਹਮਣੇ ਮਹਾਰਾਜ ਰੱਖਦੇ ਨੇ, ਤਾਂ ਇਸ ਤੋਂ ਅੱਗੇ ਗੁਰੂ ਸਾਹਿਬ ਆਪਣੀ ਮਤ ਰਾਹੀਂ ਇੱਕ ਹੋਰ ਰਮਜ਼ ਭਰੀ ਗੱਲ ਸਾਡੇ ਸਾਹਮਣੇ ਰੱਖਦੇ ਕਿ ਜੋ ਕੁਝ ਮੈਂ ਤੁਹਾਡੇ ਨਾਲ ਇਹ ਗਿਆਨ ਬਾਣੀ ਦੇ ਰੂਪ ਵਿੱਚ ਸਾਂਝਾ ਕਰ ਰਿਹਾ ਨਾ, ਅਸਲ ਵਿੱਚ ਇਹ ਵੀ ਮੇਰਾ ਨਹੀਂ ਹੈ, ਮੈਨੂੰ ਵੀ ਮੇਰੇ ਭੇਜਣ ਵਾਲੇ ਨੇ ਇਹ ਦਿੱਤਾ। ਮੈਂ ਵੀ ਉਹਦੀ ਮਰਜ਼ੀ ਵਿੱਚ ਇਹ ਤੁਹਾਨੂੰ ਦੱਸ ਰਿਹਾ। ਇਸ ਨੂੰ ਮਹਾਰਾਜ ਕਹਿੰਦੇ ਸਮਝਿਓ, ਮੈਂ ਵੀ ਤੇ ਤੁਸੀਂ ਵੀ, ਮੈਂ ਭਾਵੇਂ ਗੁਰੂ ਰੂਪ ਵਿੱਚ ਆ ਤੇ ਤੁਸੀਂ ਸਿੱਖ ਰੂਪ ਵਿੱਚੋਂ, ਆਪਾਂ ਦੋਨੋਂ ਹੀ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਭੇਜੇ ਹੋਏ ਇੱਥੇ ਆਏ ਆ, ਤੇ ਮੇਰੇ ਉੱਤੇ ਵੀ ਵਾਹਿਗੁਰੂ ਦੀ ਮਰਜ਼ੀ ਲਾਗੂ ਹੁੰਦੀ ਹੈ, ਤੁਹਾਡੇ ਉੱਤੇ ਵੀ ਮਰਜ਼ੀ ਲਾਗੂ ਹੁੰਦੀ ਹੈ। ਹੁਣ ਮੈਂ ਤੁਹਾਨੂੰ ਇਹ ਸਮਝਾਉਣਾ ਹੈ ਕਿ ਮੈਂ ਵਾਹਿਗੁਰੂ ਜੀ ਦੀ ਮਰਜ਼ੀ ਵਿੱਚ ਰਹਿਣਾ ਸਿੱਖ ਲਿਆ ਹੈ, ਤੇ ਮੈਨੂੰ ਵਾਹਿਗੁਰੂ ਜੀ ਨੇ ਅਨੁਭਵ ਦਿੱਤਾ ਹੈ ਤੇ ਬਿਰਤੀ ਦਿੱਤੀ ਹੈ ਕਿ ਹੁਣ ਮੈਂ ਤੁਹਾਨੂੰ ਇਹ ਗੱਲ ਸਮਝਾਵਾਂ।
ਕਿ ਜਿਵੇਂ ਮੈਂ ਆਨੰਦ ਭਇਆ ਮੇਰੀ ਮਾਏ ਦਾ ਨਤੀਜਾ ਆਪਣੇ ਜੀਵਨ ਵਿੱਚ ਹਾਸਲ ਕੀਤਾ ਹੈ, ਤੁਸੀਂ ਵੀ ਇਹ ਕਰ ਸਕਦੇ ਹੋ। ਪਰ ਉਹਦੇ ਲਈ ਵਾਹਿਗੁਰੂ ਜੀ ਦੀ ਮਰਜ਼ੀ ਸਮਝਣ ਦਾ ਯਤਨ ਕਰਨਾ ਹੈ। ਮੇਰੇ ਕੋਲ ਬੈਠ ਕੇ ਇਹ ਯਤਨ ਕਰਨਾ ਹੈ, ਤੁਸੀਂ ਇਹ ਸੋਝੀ ਹਾਸਲ ਕਰਨੀ ਹੈ, ਤੁਸੀਂ ਇਹ ਉਦਮ ਕਰਨਾ ਹੈ ਕਿ ਵਾਹਿਗੁਰੂ ਜੀ ਨੂੰ ਕੀ ਚੰਗਾ ਲੱਗਦਾ ਹੈ, ਵਾਹਿਗੁਰੂ ਜੀ ਨੂੰ ਕੀ ਭਾਉਂਦਾ ਹੈ। ਤੇ ਉਹ ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੈ, ਜਿਹੜੀ ਵਾਹਿਗੁਰੂ ਜੀ ਦੀ ਮਰਜ਼ੀ ਹੈ, ਉਹਦੇ ਅਨੁਸਾਰ ਮੈਂ ਆਪਣੀ ਮਰਜ਼ੀ ਜਿਹੜੀ ਹੈ ਉਹ ਕਿਵੇਂ ਬਣਾਵਾਂ। ਬਸ ਗੁਰੂਦੇਵ ਕਹਿੰਦੇ ਜ਼ਿੰਦਗੀ ਦਾ ਆਨੰਦਮਈ ਅਵਸਥਾ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਨੁਕਤਾ, ਇੱਕੋ ਇੱਕ ਰਾਜ਼ ਇਹ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦੀ ਇਸੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮਕਲੀ ਰਾਗ ਵਿੱਚ ਬਾਣੀ ਹੈ ਸਿੱਧ ਗੋਸ਼ਟ। ਗੁਰੂਦੇਵ ਪਾਤਸ਼ਾਹ 3 ਵਾਰੀ ਆਪਣੇ ਸਮੇਂ ਦੇ ਮਹਾਨ ਵਿਦਵਾਨ, ਤਪਸਵੀ, ਜਪ ਤਪ ਸਾਧਣ ਵਾਲੇ, ਯੋਗ ਸਾਧਨਾ ਕਰਨ ਵਾਲੇ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਲੇ ਸਿੱਧ ਜੋਗੀਆਂ ਨੂੰ ਮਿਲੇ ਨੇ। ਇੱਕ ਵਾਰੀ ਸੁਮੇਰ ਪਰਬਤ ਤੇ, ਇੱਕ ਵਾਰੀ ਜਿੱਥੇ ਅੱਜ ਨਾਨਕ ਮਤਾ ਸਾਹਿਬ ਹੈ, ਤੇ ਪਹਿਲਾਂ ਗੋਰਖ ਮਤਾ ਇਹਦਾ ਨਾਮ ਸੀ ਕਿਉਂਕਿ ਇੱਥੇ ਯੋਗੀ ਰਹਿੰਦੇ ਸੀ ਗੋਰਖ ਦੇ ਚੇਲੇ। ਇੱਕ ਵਾਰੀ ਅਚਲ ਬਟਾਲੇ ਸ਼ਹਿਰ ਦੇ ਲਾਗੇ, ਉੱਥੇ ਮਹਾਰਾਜ ਮਿਲੇ ਨੇ। ਉਹਨਾਂ ਤਿੰਨਾਂ ਹੀ ਮੌਕਿਆਂ ਤੇ ਉਸ ਮਿਲਣੀ ਤੇ ਜਿਹੜਾ ਵਿਚਾਰ ਵਟਾਂਦਰਾ ਹੈ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦਾ ਸਿੱਧਾਂ ਜੋਗੀਆਂ ਨਾਲ ਹੋਇਆ, ਉਹਦੇ ਵਿੱਚ ਮਹਾਰਾਜ ਨੂੰ ਪ੍ਰਸ਼ਨ ਪੁੱਛਦੇ ਨੇ ਯੋਗੀ, ਨਾਨਕ ਤੂੰ ਦੱਸ, ਅਸੀਂ ਮਹਿਸੂਸ ਕੀਤਾ ਹੈ ਆਪਣੀਆਂ ਰਿੱਧੀਆਂ ਸਿੱਧੀਆਂ ਤੇਰੇ ਤੇ ਥੋਪਣ ਦੀ ਬੜੀ ਕੋਸ਼ਿਸ਼ ਕੀਤੀ, ਤੈਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ, ਪਰ ਅਸੀਂ ਕਾਮਯਾਬ ਨਹੀਂ ਹੋਏ। ਅਸੀਂ ਮਹਿਸੂਸ ਕੀਤਾ ਕਿ ਤੇਰੇ ਕੋਲ ਸਾਡੇ ਨਾਲੋਂ ਵੱਧ ਰੂਹਾਨੀ ਸ਼ਕਤੀ ਦੀ ਦਾਤ ਹੈ, ਅਸੀਂ ਤੇਰੇ ਤੋਂ ਪ੍ਰਭਾਵਿਤ ਹੋਏ ਹਾਂ। ਸਾਨੂੰ ਇੱਕ ਗੱਲ ਦੱਸ ਕਿ ਤੇਰੀ ਜ਼ਿੰਦਗੀ ਦਾ ਤੂੰ ਕੀ ਮਕਸਦ ਬਣਾ ਕੇ ਇਹ ਅਵਸਥਾ ਪ੍ਰਾਪਤ ਕੀਤੀ ਹੈ ਜਿਹਦੇ ਤੋਂ ਅਸੀਂ ਪ੍ਰਭਾਵਿਤ ਹੋਏ ਹਾਂ। ਤੇਰੀ ਜ਼ਿੰਦਗੀ ਦੇ ਇਸ ਜੀਵਨ ਸਫਰ ਦਾ ਮਕਸਦ ਕੀ ਹੈ, ਕਿਹੜੇ ਢੰਗ ਨਾਲ ਤੂੰ ਜੀਵਨ ਜਿਉ ਰਿਹਾ, ਕਿਹੜੇ ਵਪਾਰ ਇੱਥੇ ਸੌਦਾ ਕਰ ਰਿਹਾ। ਤੇ ਦੂਸਰੀ ਗੱਲ, ਤੂੰ ਆਪਣੇ ਸੰਗ ਸਾਥ ਵਿੱਚ ਆਉਣ ਵਾਲੇ ਆਪਣੇ ਸ਼ਰਧਾਲੂਆਂ ਨੂੰ, ਆਪਣੇ ਸੇਵਕਾਂ ਨੂੰ, ਆਪਣੇ ਸਿੱਖ ਕਹਾਉਣ ਵਾਲਿਆਂ ਨੂੰ ਕਿਹੜੀ ਮੱਤ ਦੇਣਾ, ਉਹ ਤੇਰੇ ਵਾਂਗ ਜੀਵਨ ਜਿਉ ਕੇ ਤੇਰੇ ਵਾਲੀ ਅਵਸਥਾ ਪ੍ਰਾਪਤ ਕਰਨ। ਗੁਰੂ ਨਾਨਕ ਪਾਤਸ਼ਾਹ ਹਜ਼ੂਰ ਨੂੰ ਪੁੱਛਦੇ ਨੇ। ਉਹਦਾ ਜ਼ਿਕਰ ਗੁਰੂਦੇਵ ਮਹਾਰਾਜ ਨੇ, ਉਹ ਜਿਹੜੀ ਪ੍ਰਸ਼ਨ ਉੱਤਰ ਹੋਏ ਨੇ, ਉਹਨੂੰ ਮਹਾਰਾਜ ਨੇ ਕਲਮਬੰਦ ਕੀਤਾ ਸਿੱਧ ਗੋਸ਼ਟ ਬਾਣੀ ਦੇ ਨਾਮ ਤੇ। ਉਹਦੇ ਵਿੱਚ ਮਹਾਰਾਜ ਦੇ ਸਾਹਮਣੇ ਇੱਕ ਪ੍ਰਸ਼ਨ ਰੱਖਦੇ ਨੇ ਯੋਗੀ, ਕਿਸ ਵਖਰ ਕੇ ਤੁਮ ਬਣ ਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਹੇ ਗੁਰੂ ਨਾਨਕ, ਤੁਸੀਂ ਕਿਸ ਵਖਰ ਦੇ ਬਣ ਜਾ ਰਹੇ ਹੋ, ਕਿਹੜਾ ਸੌਦਾ ਤੁਸੀਂ ਇਸ ਸੰਸਾਰ ਦੇ ਵਿੱਚ ਵਿਹਾਜ ਰਹੇ ਹੋ, ਤੇ ਫਿਰ ਆਪਣੇ ਸੰਗੀਆਂ ਸਾਥੀਆਂ ਨੂੰ ਕਿਸ ਤਰ੍ਹਾਂ ਇਸ ਦੁਸ਼ਵਾਰੀਆਂ ਭਰੇ ਸੰਸਾਰਕ ਸਫ਼ਰ ਦੇ ਵਿੱਚੋਂ ਪਾਰ ਨਿਕਲਣ ਲਈ, ਆਨੰਦਮਈ ਜ਼ਿੰਦਗੀ ਬਣਾਉਣ ਲਈ ਉਹਨਾਂ ਨੂੰ ਕੀ ਦੱਸਦੇ ਹੋ, ਕਿਹੜੀ ਮੱਤ ਦੇਨੇ ਹੋ। ਤੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਉੱਤਰ ਦਿੰਦੇ ਨੇ, ਸਾਚ ਵਖਰ ਕੇ ਹਮ ਬਣ ਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਮੇਰੇ ਜੀਵਨ ਵਿੱਚ ਇੱਕੋ ਹੀ ਇੱਕ ਮਕਸਦ ਮੈਂ ਬਣਾਇਆ ਹੋਇਆ ਹੈ ਕਿ ਮੈਂ ਵਪਾਰ ਕਰਨਾ ਹੈ ਆਪਣੇ ਜੀਵਨ ਦਾ ਤੇ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਸਿਮਰਨ ਦਾ। ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਸਮਝਣ ਦਾ, ਉਹਦੇ ਭਾਣੇ ਨੂੰ ਸਮਝਣ ਦਾ, ਤੇ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ, ਆਪਣੀ ਮਰਜ਼ੀ ਨੂੰ ਢਾਲ ਕੇ ਉਹਦਾ ਹੁਕਮੀ ਬੰਦਾ ਬਣ ਕੇ ਜਿਉਣ ਦਾ, ਉਹਦੀ ਖੁਸ਼ੀ ਲੈਣ ਦਾ। ਲਗਾਤਾਰ ਉਹਦੇ ਹੁਕਮ ਨੂੰ ਆਪਣੇ ਚੇਤੇ ਵਿੱਚ ਰੱਖ ਕੇ ਉਹਦਾ ਹੁਕਮੀ ਬੰਦਾ ਬਣ ਕੇ ਜਿਉਣ ਦਾ, ਇਹੋ ਹੀ ਮੈਂ ਆਪਣੇ ਜੀਵਨ ਦੇ ਵਿੱਚ ਮਕਸਦ ਬਣਾਇਆ ਹੋਇਆ ਹੈ, ਇਹਦਾ ਹੀ ਵਪਾਰ ਕਰਦਾ। ਔਰ ਨਾਲ ਹੀ ਤੁਸੀਂ ਮੈਨੂੰ ਪੁੱਛਿਆ ਕਿ ਆਪਣੇ ਸੰਗੀਆਂ ਸਾਥੀਆਂ ਨੂੰ ਤੁਸੀਂ ਕੀ ਉਪਦੇਸ਼ ਦਿੰਦੇ ਹੋ, ਉਹਨਾਂ ਨੂੰ ਕੀ ਸਮਝਾਉਂਦੇ ਹੋ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ
ਉਹਨਾਂ ਨੂੰ ਵੀ ਇਹੀ ਕਹਿਣਾ, ਭਾਈ ਜੇ ਤੁਸੀਂ ਮੇਰੇ ਵਾਂਗ ਆਨੰਦ ਵਿੱਚ ਟਿਕਾਓ ਵਿੱਚ ਆਉਣਾ ਹੈ, ਤੁਸੀਂ ਆਹ ਕਰਿਆ ਕਰੋ ਕਿ ਗੁਰੂ ਦੇ ਕੋਲ ਆ ਕੇ ਜਿਸ ਗੁਰੂ ਨੂੰ ਆਨੰਦ ਦੀ ਅਵਸਥਾ ਪ੍ਰਾਪਤ ਕਰਨ ਦਾ ਇਹ ਭੇਦ ਸਮਝ ਆਇਆ ਹੈ, ਉਹਦੇ ਕੋਲ ਆਇਆ ਕਰੋ ਤੇ ਉਹਦੇ ਕੋਲੋਂ ਅੰਦਰ ਦੀ ਸ਼ਰਧਾ ਨਾਲ, ਭਰੋਸੇ ਨਾਲ ਟਿਕਾਓ ਬਣਾ ਕੇ, ਧਿਆਨ ਦੇ ਕੇ ਉਸ ਨੇ ਜੋ ਆਖਿਆ ਉਹਨੂੰ ਸੁਣਿਆ ਕਰੋ, ਪੜ੍ਹਿਆ ਕਰੋ, ਵਿਚਾਰਿਆ ਕਰੋ ਤੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਓ। ਮੈਂ ਆਪਣੇ ਸੰਗੀਆਂ, ਸਾਥੀਆਂ, ਸੇਵਕਾਂ, ਸ਼ਰਧਾਲੂਆਂ ਨੂੰ ਇਹ ਗੱਲ ਸਮਝਾਉਣਾ। ਹੁਣ ਇਹ ਗੱਲ ਸਿੱਧਾਂ ਨੂੰ ਜਦੋਂ ਦੱਸ ਰਹੇ ਨੇ ਤੇ ਇਹੀ ਗੱਲ ਗੁਰੂ ਪਿਆਰਿਓ ਸਾਡੇ ਤੇ ਚੁੱਕਦੀ ਹੈ। ਮਹਾਰਾਜ ਕਹਿੰਦੇ ਤੁਸੀਂ ਸਾਰੇ ਹੁਣ 500 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਹੁਣ 550 ਸਾਲਾ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਗੁਰੂ ਕਿਆਂ ਵੱਲੋਂ। ਸਨ 2019 ਵਿੱਚ ਆ ਰਿਹਾ। ਇੰਨਾ ਸਮਾਂ ਗੁਜ਼ਰ ਗਿਆ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਹ ਮੱਤ ਜਿਹੜੀ ਗੁਰੂ ਦੀ ਬਾਣੀ ਰਾਹੀਂ ਸਾਡੇ ਸਨਮੁਖ ਰੱਖੀ ਸੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ੂਰ ਨੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਜੁਗੋ ਜੁਗ ਅਟਲ ਉਪਦੇਸ਼ ਬਣਾ ਕੇ ਸਾਡੇ ਇਸ ਸੰਸਾਰ ਵਿੱਚ ਆਉਣ ਵਾਲੇ ਪ੍ਰਾਣੀਆਂ ਲਈ ਇਹ ਦਾਤ, ਇਹ ਖਜ਼ਾਨਾ ਸਾਨੂੰ ਬਖਸ਼ ਦਿੱਤਾ। ਹੁਣ ਮਹਾਰਾਜ ਕਹਿੰਦੇ ਕਿਸੇ ਵੀ ਸਮੇਂ, ਕਦੋਂ ਵੀ ਕੋਈ ਵੀ ਇਸ ਸੰਸਾਰ ਵਿੱਚ, ਧਰਤੀ ਦੇ ਕਿਸੇ ਵੀ ਕੋਨੇ ਤੇ ਆਵੇ, ਜੇ ਉਹ ਇਸ ਗੁਰੂ ਦੀ ਮੱਤ ਨੂੰ ਗੁਰਮੁਖ ਬਣ ਕੇ ਪੜ੍ਹੇਗਾ, ਸੁਣੇਗਾ, ਗਾਵੇਗਾ, ਵਿਚਾਰੇਗਾ ਤੇ ਇਹਦੇ ਅਨੁਸਾਰ ਆਪਣੀ ਮੱਤ, ਆਪਣੀ ਮਰਜ਼ੀ, ਆਪਣਾ ਮਨ ਢਾਲੇਗਾ, ਇਹਦੇ ਅਨੁਸਾਰ ਚਲਾਏਗਾ, ਤਾਂ ਉਹਦੇ ਜੀਵਨ ਵਿੱਚ ਆਨੰਦਮਈ ਪਾਰ ਉਤਾਰੇ ਵਾਲਾ ਨਤੀਜਾ ਨਿਸ਼ਚਿਤ ਹੈ। ਅੱਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ। ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਾਂਗ ਹੀ, ਕਿਉਂਕਿ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵੀ 60 ਸਾਲ ਦੀ ਉਮਰ ਵਿੱਚ ਇਸੇ ਹੀ ਭਾਵਨੀ ਦੇ ਨਾਲ, ਇਸੇ ਹੀ ਇੱਛਾ ਦੇ ਨਾਲ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ ਸੀ। ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਰਿਸ਼ਤੇਦਾਰ ਬਣ ਕੇ, ਕੁੜਮ ਬਣ ਕੇ ਨਹੀਂ ਸੀ ਆਏ, ਸਿੱਖ ਸੇਵਕ ਬਣ ਕੇ ਆਏ ਸੀ। ਭਾਵੇਂ ਗੁਰੂ ਅੰਗਦ ਦੇਵ ਮਹਾਰਾਜ ਨੇ ਜਿਉ ਆਇਆ ਕਹਿ ਕੇ ਕੁੜਮਾਚਾਰੀ ਦੇ ਰਿਸ਼ਤੇ ਨੂੰ ਧਿਆਨ ਵਿੱਚ ਰੱਖਦਿਆਂ ਆਦਰ ਮਾਣ ਸਤਕਾਰ ਦੇ ਕੇ ਉੱਠ ਕੇ ਗਲਵਕੜੀ ਵਿੱਚ ਲੈਣਾ ਚਾਹਿਆ ਸੀ, ਪਰ ਬਾਬਾ ਅਮਰਦਾਸ ਜੀ ਨੇ ਆਖਿਆ ਸੀ, ਨਹੀਂ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਸਿੱਖ ਸੇਵਕ ਬਣ ਕੇ ਆਇਆ। ਅੱਜ ਮੈਨੂੰ ਝੁਕ ਲੈਣ ਦਿਓ, ਅੱਜ ਮੈਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰ ਲੈਣ ਦਿਓ ਕਿ ਜਿਹੜੀਆਂ ਦਾਤਾਂ ਤੁਸੀਂ ਆਪਣੇ ਸਿੱਖਾਂ ਸੇਵਕਾਂ ਨੂੰ ਦਿੱਤੀਆਂ ਨੇ ਤੇ ਜਿਹੜੀ ਤੁਸੀਂ ਆਪਣੇ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਕੋਲੋਂ ਲਈ, ਉਹ ਮੇਰੀ ਝੋਲੀ ਪਾ ਦਿਓ। ਮੈਂ ਇਹ ਬੇਨਤੀ ਕਰਨ ਵਾਸਤੇ ਮਨ ਦੇ ਅੰਦਰ ਇਹ ਫੁਰਨਾ, ਇਹ ਇੱਛਾ ਲੈ ਕੇ ਆਇਆ। ਤਾਂ ਫਿਰ ਉੱਥੇ ਰਿਸ਼ਤਾ ਸ਼ੁਰੂ ਹੋਇਆ ਸੀ, ਸਾਂਝ ਸ਼ੁਰੂ ਹੋਈ ਸੀ। ਕੁੜਮ ਵਾਲੀ ਪਿੱਛੇ ਰਹਿ ਗਈ, ਗੁਰੂ ਤੇ ਸਿੱਖ ਵਾਲੀ, ਤੇ ਉਸ ਗੁਰੂ ਤੇ ਸਿੱਖ ਵਾਲੀ ਸਾਂਝ ਵਿੱਚੋਂ ਜੋ ਘਾਲ ਕਮਾਈ ਹੋਈ, ਉਸ ਦਾ ਜੋ ਨਤੀਜਾ ਨਿਕਲਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਸ ਨਤੀਜੇ ਦਾ ਅਨੁਭਵੀ ਪ੍ਰਗਟਾਵਾ ਬਾਣੀ ਰਾਹੀਂ ਅੱਜ ਗੁਰੂ ਅਮਰਦਾਸ ਸਾਹਿਬ ਸਾਡੇ ਸਾਹਮਣੇ ਕਰਕੇ ਸਾਡੇ ਭਲੇ ਵਾਸਤੇ ਸਾਨੂੰ ਵੀ ਆਪਣੇ ਵਾਂਗ ਬਖਸ਼ਿਸ਼ ਦਾ ਪਾਤਰ ਬਣਾ ਕੇ ਆਨੰਦਮਈ ਅਵਸਥਾ ਵਿੱਚ ਲਿਜਾਣਾ ਚਾਹੁੰਦੇ ਨੇ। ਸਾਹਿਬ ਫਰਮਾਨ ਕਰਦੇ, ਜੋ ਤੁਧ ਕਰਨਾ ਸੋ ਕਰ ਪਾਇਆ, ਪਾਣੇ ਵਿੱਚ ਕੋ ਵਿਰਲਾ ਆਇਆ, ਪਾਣਾ ਮੰਨੇ ਸੋ ਸੁਖ ਪਾਏ, ਪਾਣੇ ਵਿੱਚ ਸੁਖ ਪਾਇੰਦਾ। ਸਾਹਿਬ ਬਚਨ ਕਰਦੇ, ਜੋ ਤੁਧ ਕਰਨਾ, ਹੁਣ ਸੰਬੋਧਨ ਕਰਦੇ ਨੇ ਕਰਤਾ ਪੁਰਖ ਵਾਹਿਗੁਰੂ ਜੀ ਨੂੰ, ਆਪਣੇ ਹਾਜ਼ਰ ਨਾਜ਼ਰ ਸਮਝ ਕੇ, ਅੰਗ ਸੰਗ ਸਮਝ ਕੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਇਹ ਬੜਾ ਰਮਜ਼ ਭਰਿਆ ਕੌਤਕ ਹੈ ਗੁਰੂ ਪਿਆਰਿਓ। ਮੈਂ ਪਿਛਲੇ ਦਿਨਾਂ ਵਿੱਚ ਵੀ ਬਾਰ-ਬਾਰ ਬੇਨਤੀ ਕੀਤੀ, ਮੈਂ ਵੀ ਇਹਦੇ ਵਿੱਚ ਸ਼ਾਮਲ ਹੋਵਾਂ, ਆਪ ਜੀ ਵੀ ਸ਼ਾਮਲ ਹੋਵਾਂ, ਸਾਰੇ ਰਲ ਕੇ ਗੁਰੂ ਪਾਤਸ਼ਾਹ ਕੋਲੋਂ ਬੇਨਤੀ ਕਰਕੇ ਮੰਗੀਏ, ਪਾਤਸ਼ਾਹ
ਸਾਨੂੰ ਵਾਹਿਗੁਰੂ ਜੀ ਦੀਆਂ ਗੱਲਾਂ ਤੱਕ ਸੀਮਤ ਨਾ ਰਹਿਣ ਦਿਓ। ਸਾਨੂੰ ਵਾਹਿਗੁਰੂ ਜੀ ਨਾਲ ਗੱਲਾਂ ਕਰਨ ਦੀ ਸਮੱਤ ਦੇ ਦਿਓ। ਜਿਵੇਂ ਤੁਸੀਂ ਵਾਹਿਗੁਰੂ ਜੀ ਨਾਲ ਗੱਲਾਂ ਕਰਦੇ ਹੋ ਨਾ, ਵਾਹਿਗੁਰੂ ਜੀ ਨੂੰ ਅੰਗ ਸੰਗ ਸਮਝ ਕੇ ਸਾਨੂੰ ਵੀ ਇਹ ਨਿਕਟਤਾ ਦਾ ਅਹਿਸਾਸ ਕਰਵਾ ਦਿਓ ਪਾਤਸ਼ਾਹ। ਅਸੀਂ ਵਾਹਿਗੁਰੂ ਜੀ ਨਾਲ ਗੱਲਾਂ ਕਰਨੀਆਂ ਸਿੱਖ ਲਈਏ। ਜੋ ਤੁਧ ਕਰਨਾ ਸੋ ਕਰ ਪਾਇਆ। ਵਾਹਿਗੁਰੂ ਜੀ, ਜੋ ਤੁਹਾਨੂੰ ਕਰਨਾ ਚੰਗਾ ਲੱਗਦਾ ਹੈ ਉਹ ਤੁਸੀਂ ਕਰ ਦਿੰਦੇ ਹੋ। ਭਾਣੇ ਵਿੱਚ ਕੋ ਵਿਰਲਾ ਆਇਆ, ਪਰ ਜੋ ਕੁਝ ਤੁਸੀਂ ਕੀਤਾ ਇਸ ਨੂੰ ਸਤ ਕਰਕੇ, ਭਲਾ ਕਰਕੇ, ਚੰਗਾ ਜਾਣਦਿਆਂ ਹੋਇਆਂ ਇਹਦੇ ਅਨੁਸਾਰ ਆਪਣੇ ਮਨ ਨੂੰ, ਆਪਣੀ ਮਤ ਨੂੰ ਢਾਲ ਲੈਣਾ, ਸਾਹਿਬ ਕਹਿੰਦੇ ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਹੈ ਦਾਤ। ਵਾਹਿਗੁਰੂ ਜੀ ਦੇ ਭਾਣੇ ਵਿੱਚ ਜੀਵਨ ਬਸਰ ਕਰਨ ਦੀ ਮਨੋ ਅਵਸਥਾ, ਮਹਾਰਾਜ ਕਹਿੰਦੇ ਇਹ ਸੰਸਾਰ ਦੇ ਸਾਰੇ ਲੋਕਾਂ ਦੇ ਵੱਸ ਦੀ ਗੱਲ ਨਹੀਂ, ਇਹ ਵਿਰਲਿਆਂ ਦੇ ਹਿੱਸੇ ਆਉਂਦੀ। ਪਰ ਜਿਨ੍ਹਾਂ ਦੇ ਹਿੱਸੇ ਆਉਂਦੀ, ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏਂਦਾ। ਮਹਾਰਾਜ ਕਹਿੰਦੇ ਭਾਵੇਂ ਉਹ ਵਿਰਲਿਆਂ ਦੀ ਖੇਡ ਹੈ, ਪਰ ਜਿਹੜੇ ਵੀ ਉਹ ਵਿਰਲੇ ਵਾਹਿਗੁਰੂ ਜੀ ਦੇ ਭਾਣੇ ਨੂੰ ਮੰਨ ਲੈਂਦੇ ਨੇ, ਮੰਨਣਾ ਸਿੱਖ ਲੈਂਦੇ ਨੇ, ਮੰਨਣ ਦੀ ਅਵਸਥਾ ਆਪਣੀ ਬਣਾ ਲੈਂਦੇ ਨੇ, ਮਹਾਰਾਜ ਕਹਿੰਦੇ ਸੱਚ ਕਰਕੇ ਜਾਣਿਓ ਉਹਨਾਂ ਨੂੰ ਸੁੱਖ ਮਿਲ ਹੀ ਜਾਂਦਾ ਹੈ, ਉਹਨਾਂ ਨੂੰ ਆਨੰਦ ਮਿਲ ਜਾਂਦਾ। ਇੱਥੇ ਕੁਝ ਬੇਨਤੀ ਮੈਂ ਆਪ ਜੀ ਦੇ ਚਰਨਾਂ ਵਿੱਚ ਕਰਨੀਆਂ ਚਾਹੁੰਦਾ। ਇਹ ਭਾਣੇ ਦੀ ਗੱਲ ਜਿਹੜੀ ਮਹਾਰਾਜ ਬਾਣੀ ਦੇ ਵਿੱਚ ਬਾਰ-ਬਾਰ ਕਰਦੀ ਹੈ ਨਾ, ਇਹਨੂੰ ਥੋੜਾ ਜਿਹਾ ਸਮਝੀਏ। ਬਾਣੀ ਦੇ ਵਿੱਚ ਕੁਝ ਲਫ਼ਜ਼ ਬਾਰ-ਬਾਰ ਆਉਂਦੇ ਹੈ। ਇੱਕ ਭਾਣਾ, ਹੁਕਮ, ਆਗਿਆ, ਫਰਮਾਨ, ਰਜ਼ਾ, ਇਸ ਤਰ੍ਹਾਂ ਦੇ ਸ਼ਬਦ ਫਰਮਾਨ ਇਤਿਆਦ ਬਾਣੀ ਵਿੱਚ ਬਾਰ-ਬਾਰ ਆਉਂਦੇ ਨੇ। ਵਿਦਵਾਨ ਸੱਜਣਾ ਨੇ ਇਹਨਾਂ ਸਾਰੇ ਸ਼ਬਦਾਂ ਦੇ ਅਰਥ ਕਰਨ ਲੱਗਿਆਂ, ਇਹਨਾਂ ਦੇ ਭਾਵ ਸਪਸ਼ਟ ਕਰਨ ਲੱਗਿਆਂ, ਇਹਨਾਂ ਨੂੰ ਇੱਕ ਦੂਜੇ ਦੇ ਪੂਰਕ ਵੀ ਆਖਿਆ, ਸਮ ਅਰਥੀ ਵੀ ਆਖਿਆ, ਇੱਕੋ ਜਿਹੇ ਭਾਵ ਵਾਲੇ ਵੀ ਆਖਿਆ, ਪਰ ਇਹਨਾਂ ਦੇ ਵਿੱਚ ਅੰਤਰ ਵੀ ਰੱਖਿਆ ਹੈ। ਉਹਨੂੰ ਥੋੜਾ ਜਿਹਾ ਸੰਖੇਪ ਰੂਪ ਵਿੱਚ ਸਮਝਣਾ ਜ਼ਰੂਰੀ ਹੈ। ਜਦੋਂ ਲਫ਼ਜ਼ ਭਾਣਾ ਵਰਤਿਆ ਜਾਂਦਾ ਹੈ ਤਾਂ ਭਾਣੇ ਦਾ ਅਰਥ ਵਿਦਵਾਨਾਂ ਨੇ ਇਹ ਕੀਤਾ ਕਿ ਜਦੋਂ ਕੋਈ ਗੱਲ ਅੰਦਰ ਫੁਰਦੀ ਹੈ, ਕੋਈ ਗੱਲ ਅੰਦਰੋਂ ਖਿਆਲ ਬਣਦੀ ਹੈ, ਤੇ ਉਹ ਜਿਹੜਾ ਫੁਰਨਾ ਉੱਠਦਾ ਹੈ, ਉਹ ਖਿਆਲ ਉੱਠਦਾ ਹੈ, ਉਹ ਮਨ 'ਚ ਆਉਂਦਾ ਹੈ ਕਿ ਇਹ ਗੱਲ ਬੜੀ ਵਧੀਆ ਹੈ, ਇਹ ਹੋ ਜਾਣੀ ਚਾਹੀਦੀ ਹੈ। ਤੇ ਜਦੋਂ ਅਸੀਂ ਇਹ ਕਹਿੰਦੇ ਆ ਵੀ ਹੋ ਜਾਣੀ ਚਾਹੀਦੀ ਹੈ, ਤੇ ਫਿਰ ਜਾਂ ਤੇ ਆਪ ਕਰਦੇ ਆ ਜਾਂ ਫਿਰ ਦੂਜਿਆਂ ਨੂੰ ਕਹਿਣਾ ਪਏ ਇਹ ਕਰੋ ਤੁਸੀਂ ਭਾਈ, ਇਹ ਕਰੋ ਤੁਸੀਂ। ਘਰ ਦੇ ਮੈਂਬਰਾਂ ਨੂੰ ਆਖਦੇ ਆ ਕਿ ਸਾਰੇ ਜਾਣੇ ਇਹ ਕਰੋ, ਮੈਂ ਵੀ ਕਰਨਾ, ਤੁਸੀਂ ਵੀ ਕਰੋ। ਤਾਂ ਫਿਰ ਉਹ ਅੰਦਰ ਉੱਠਿਆ ਹੋਇਆ ਫੁਰਨਾ, ਜਿਹੜੀ ਚੰਗੀ ਲੱਗੀ ਹੋਈ ਗੱਲ, ਜਿਹੜੀ ਭਾ ਗਈ ਗੱਲ, ਉਹਨੂੰ ਜਦੋਂ ਅਸੀਂ ਦੂਜਿਆਂ ਨੂੰ ਕਰਨ ਵਾਸਤੇ ਕਹਿੰਦੇ ਆ, ਉਹ ਆਗਿਆ ਬਣ ਜਾਂਦੀ ਹੈ। ਛੋਟਿਆਂ ਨੂੰ ਕਹਿੰਦੇ ਆ ਤੇ ਉਹ ਹੁਕਮ ਬਣ ਜਾਂਦਾ ਹੈ, ਫਰਮਾਨ ਬਣ ਜਾਂਦਾ ਹੈ। ਨੌਕਰਾਂ ਨੂੰ ਉਹ ਕਹਿੰਦੇ ਆ, ਆਪਣੇ ਸਬਆਰਡੀਨੇਟਸ ਨੂੰ ਆਖਦੇ ਆ, ਤੇ ਉਹ ਗੱਲ ਫਰਮਾਨ ਬਣ ਜਾਂਦਾ ਹੈ, ਆਗਿਆ ਬਣ ਜਾਂਦੀ ਹੈ। ਇਸ ਤੋਂ ਅੱਗੇ ਉਹ ਆਗਿਆ, ਉਹ ਹੁਕਮ ਜਦੋਂ ਮੰਨ ਲਿਆ ਜਾਵੇ ਤੇ ਉਹ ਹੁਕਮ ਦੇ ਅਨੁਸਾਰ ਹੁਕਮ ਦੀ ਰਜ਼ਾ ਵਿੱਚ ਚੱਲਣਾ ਹੋ ਜਾਂਦਾ ਹੈ ਕਿ ਮੰਨ ਲਈ ਗੱਲ, ਤੁਹਾਡਾ ਹੁਕਮ ਸਿਰ ਮੱਥੇ ਤੇ, ਫਰਮਾਨ ਤੇਰਾ ਸਿਰ ਹੈ ਉੱਪਰ, ਬਸ ਜੋ ਆਖਿਆ ਉਹ ਠੀਕ ਹੈ ਜੀ, ਹਾਂ ਤੁਹਾਨੂੰ ਚੰਗੀ ਲੱਗੀ ਹੈ ਗੱਲ, ਤਾਂ ਹੁਣ ਅਸੀਂ ਇਦਾਂ ਹੀ ਕਰਾਂਗੇ। ਇਹ ਹੈ ਹੁਕਮ ਦੀ ਰਜ਼ਾ ਵਿੱਚ ਚੱਲਣਾ, ਇਹਨੂੰ ਆਖਦੇ ਨੇ ਰਜ਼ਾ, ਮੰਨ ਲਈ ਗੱਲ। ਤੋ ਏਦਾਂ ਵਿਦਵਾਨ ਪੁਰਸ਼ਾਂ ਨੇ ਅਰਥ ਕੀਤੇ। ਭਾਣਾ ਦਾ ਅਰਥ ਹੈ ਵਾਹਿਗੁਰੂ ਜੀ ਦੇ ਅੰਦਰ ਖਿਆਲ ਉੱਠਿਆ ਕਿ ਇਹ ਗੱਲ ਏਦਾਂ ਕੀਤੀ ਜਾਵੇ, ਉਹਨਾਂ ਨੂੰ ਇਹ ਗੱਲ ਭਾ ਗਈ, ਉਹਨਾਂ ਨੂੰ ਚੰਗੀ ਲੱਗੀ, ਤੇ ਉਹਦਾ ਵਿਦਵਾਨਾਂ ਨੇ ਅਰਥ ਕੀਤਾ ਭਾਣਾ। ਇਹ ਵਾਹਿਗੁਰੂ ਜੀ ਦਾ ਭਾਣਾ, ਵਾਹਿਗੁਰੂ ਜੀ ਦੇ ਅੰਦਰ ਉੱਠਣ ਵਾਲੀ ਗੱਲ ਜਿਹੜੀ ਉਹਨਾਂ ਨੂੰ ਭਾਈ ਕਿ ਏਦਾਂ ਹੋ ਜਾਣਾ ਚਾਹੀਦਾ ਹੈ, ਤਾਂ ਇਹ ਵਾਹਿਗੁਰੂ ਜੀ ਦਾ ਭਾਣਾ। ਹੁਣ ਜਦੋਂ ਉਸ ਭਾਣੇ ਨੂੰ ਕਿਰਿਆਤਮਕ ਰੂਪ ਦਿੱਤਾ ਕਿ ਏਦਾਂ ਹੋ ਜਾਵੇ, ਉਹ ਬਣ ਗਿਆ ਹੁਕਮ।
ਜਦੋਂ ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ, ਪਹਿਲਾਂ ਖਿਆਲ ਆਇਆ ਅੰਦਰ ਕਿ ਇਦਾਂ ਕੀਤਾ ਜਾਵੇ। ਫਿਰ ਜਦੋਂ ਉਹਨੂੰ ਕਰਨ ਵਾਸਤੇ ਆਖਿਆ ਗਿਆ ਜਾਂ ਉਹਨੂੰ ਕਿਰਿਆਤਮਕ ਰੂਪ ਦਿੱਤਾ ਗਿਆ ਤਾਂ ਉਹ ਬਣ ਗਿਆ ਹੁਕਮ, ਆਗਿਆ, ਫੁਰਮਾਨ। ਤੇ ਜਦੋਂ ਜਿਨ੍ਹਾਂ ਨੂੰ ਕੀਤਾ ਗਿਆ ਉਹਨਾਂ ਨੇ ਮੰਨ ਲਿਆ ਤਾਂ ਉਹ ਹੁਕਮ ਦੀ ਰਜ਼ਾ ਵਿੱਚ ਚੱਲਣ ਦੀ ਗੱਲ ਆ ਗਈ। ਹੁਣ ਗੁਰੂਦੇਵ ਨੇ ਜਪਜੀ ਸਾਹਿਬ ਵਿੱਚ ਇਹੀ ਸਮਝਾਇਆ, ਦੋ ਤੁਕਾਂ ਦੇ ਵਿੱਚ ਇਹ ਸਾਰੀ ਰਮਜ਼ ਸਪਸ਼ਟ ਕੀਤੀ। ਮਹਾਰਾਜ ਕਹਿੰਦੇ ਜੇ ਤੇ ਭਾਈ ਲੈਣਾ ਜ਼ਿੰਦਗੀ ਵਿੱਚ ਆਨੰਦ, ਜੇ ਤੇ ਤੁਸੀਂ ਜੀਵਨ ਨੂੰ ਮਾਣ ਕਰਨ ਯੋਗ ਬਣਾਉਣਾ ਚਾਹੁੰਦੇ ਹੋ ਤਾਂ ਬਾਕੀ ਦੇ ਔੜ ਪੌੜ ਛੱਡ ਕੇ ਇਹ ਸਮਝਣ ਦਾ ਯਤਨ ਕਰੋ ਕਿ ਉਹ ਕਰਤਾ ਪੁਰਖ ਵਾਹਿਗੁਰੂ ਹੈ, ਪਰਮ ਸ਼ਕਤੀ ਹੈ, ਉਹਦੀ ਮਰਜ਼ੀ ਅਨੁਸਾਰ ਹੋਣਾ ਹੈ। ਤੇ ਉਹ ਜੋ ਆਖਦੇ ਨੇ, ਜੋ ਸੋਚਦੇ ਨੇ, ਜੋ ਉਹਨਾਂ ਨੂੰ ਚੰਗਾ ਲੱਗਦਾ ਹੈ, ਉਸ ਤਰੀਕੇ ਨਾਲ ਉਹ ਹੁਕਮ ਦੇ ਵਿੱਚ ਕਰ ਦਿੰਦੇ ਹੈ, ਕਰਵਾ ਦਿੰਦੇ ਹੈ। ਅਸੀਂ ਜੇ ਉਹਨਾਂ ਦੇ ਹੁਕਮ ਨੂੰ ਪਛਾਣ ਕੇ, ਸਮਝ ਕੇ, ਬੁੱਝ ਕੇ, ਆਪਣੀ ਹਉਮੈ ਛੱਡ ਕੇ, ਆਪਣੀ ਮਰਜ਼ੀ ਛੱਡ ਕੇ, ਆਪਣੇ ਮਤ ਦੀ ਟੇਕ ਛੱਡ ਕੇ ਉਸ ਵਾਹਿਗੁਰੂ ਜੀ ਦੇ ਹੁਕਮ ਨੂੰ ਬੁੱਝ ਕੇ ਕਿ ਵਾਹਿਗੁਰੂ ਜੀ ਨੂੰ ਕੀ ਚੰਗਾ ਲੱਗਦਾ ਹੈ, ਉਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੇ ਲਈ, ਕਿਰਿਆਤਮਕ ਰੂਪ ਦੇਣ ਲਈ, ਉਹਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਅਮਲੀ ਰੂਪ ਤੌਰ ਤੇ ਜਿਉਣ ਦੇ ਲਈ ਤਿਆਰ ਕਰ ਲਈਏ ਤਾਂ ਮਹਾਰਾਜ ਕਹਿੰਦੇ ਤੁਹਾਡਾ ਸੁਭਾਅ ਵਾਹਿਗੁਰੂ ਜੀ ਨੂੰ ਚੰਗਾ ਲੱਗਣ ਲੱਗ ਜਾਏਗਾ। ਕਿਉਂਕਿ ਤੁਸੀਂ ਵਾਹਿਗੁਰੂ ਜੀ ਦੀ ਮਰਜ਼ੀ ਅਨੁਸਾਰ ਆਪਣੀ ਮਰਜ਼ੀ ਢਾਲ ਲਈ। ਹੁਣ ਜਦੋਂ ਕਿਸੇ ਦੀ ਆਗਿਆ ਮੰਨ ਕੇ ਉਹਦੇ ਅਨੁਸਾਰ ਅਸੀਂ ਜਿਉਣਾ ਸ਼ੁਰੂ ਕਰ ਦਿੰਨੇ ਆ, ਭਾਵੇਂ ਉਹ ਮਾਂ ਪਿਓ ਹੈ, ਭਾਵੇਂ ਵੱਡੇ ਬਜ਼ੁਰਗ ਨੇ, ਭਾਵੇਂ ਉਹ ਅਧਿਆਪਕ ਹੈ, ਭਾਵੇਂ ਉਹ ਗੁਰੂ ਹੈ, ਤੇ ਫਿਰ ਉਹ ਚੰਗਾ ਤੇ ਲੱਗਣਾ ਹੀ ਹੈ। ਮਾਂ ਪਿਓ ਖੁਸ਼ ਹੁੰਦੇ ਨੇ ਕਿ ਮੇਰੇ ਬੱਚੇ ਆਗਿਆਕਾਰੀ ਨੇ, ਗੁਰੂ ਖੁਸ਼ ਹੁੰਦੇ ਨੇ ਕਿ ਮੇਰੇ ਕੋਲ ਚੱਲ ਕੇ ਆਇਆ ਮਨੁੱਖ ਗੱਲਾਂ ਨਾਲ ਸਿੱਖ ਸੇਵਕ ਨਹੀਂ ਕਹਾ ਰਿਹਾ, ਇਹ ਸੱਚੀ ਮੁੱਚੀ ਸਿੱਖ ਸੇਵਕ ਬਣ ਗਿਆ, ਇਹਨੂੰ ਮੇਰੀ ਗੱਲ ਭਾ ਗਈ ਹੈ, ਇਹ ਮੇਰੀ ਗੱਲ ਕੱਲੀ ਭਾਈ ਨਹੀਂ, ਉਹਨੂੰ ਮੰਨ ਵੀ ਰਿਹਾ ਹੈ, ਉਹਦੇ ਅਨੁਸਾਰ ਜੀਵਨ ਜਿਉ ਰਿਹਾ ਹੈ। ਅੱਜ ਗੁਰੂ ਅਮਰਦਾਸ ਸਾਹਿਬ ਸਾਨੂੰ ਇਹ ਕਹਿ ਰਹੇ ਨੇ, ਪਰ ਇਹ ਗੱਲ ਉਹਨਾਂ ਨੇ ਵੀ 60 ਸਾਲ ਦੀ ਉਮਰ ਵਿੱਚ ਗੁਰੂ ਕੋਲੋਂ ਆ ਕੇ ਸਿੱਖੀ, ਸੁਣੀ, ਮੰਨੀ, ਕਿਉਂਕਿ ਗੁਰੂ ਦੀ ਗੱਲ ਭਾ ਗਈ ਉਹਨਾਂ ਨੂੰ, ਗੁਰੂ ਦਾ ਭਾਣਾ ਭਾ ਗਿਆ ਉਹਨਾਂ ਨੂੰ, ਗੁਰੂ ਦਾ ਹੁਕਮ ਪ੍ਰਵਾਨ ਕਰ ਲਿਆ ਉਹਨਾਂ ਨੇ। ਪਹਿਲਾਂ ਆਪ ਹੁਕਮੀ ਬੰਦੇ ਬਣੇ, ਇੰਨੇ ਹੁਕਮੀ ਬੰਦੇ ਬਣੇ ਕਿ ਜੋ ਕੁਝ ਜਿਸ ਰੂਪ ਦੇ ਵਿੱਚ ਵੀ ਗੁਰੂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਕਰਨਾ ਪਿਆ, ਉਹਨਾਂ ਨੇ ਕੀਤਾ। ਫਿਰ ਇੱਕ ਦਿਨ ਨਤੀਜਾ ਕੀ ਨਿਕਲਿਆ, ਗੁਰੂ ਖੁਸ਼ ਹੋ ਗਏ, ਇੰਨੇ ਖੁਸ਼ ਹੋਏ ਕਿ ਗੁਰੂ ਨੇ ਆਖਿਆ ਹੁਣ ਜੋ ਕੁਝ ਮੇਰਾ ਉਹ ਤੁਹਾਡਾ ਹੈ। ਮੈਂ ਤੁਹਾਡੇ ਅੱਗੇ ਤੁਹਾਡੀ ਇਸ ਘਾਲਣਾ ਨੂੰ ਦੇਖ ਕੇ ਨਮਸਕਾਰ ਕਰਦਾ ਤੇ ਹੁਣ ਤੁਸੀਂ ਇਸ ਤਰ੍ਹਾਂ ਕਰੋ, ਜਿਸ ਗੁਰਤਾ ਗੱਦੀ ਤੇ ਮੈਨੂੰ ਮੇਰੇ ਗੁਰੂ ਨੇ ਖੁਸ਼ ਹੋ ਕੇ ਬਿਠਾਇਆ, ਤੁਸੀਂ ਉੱਥੇ ਆਪ ਆ ਕੇ ਬੈਠੋ, ਮੈਂ ਤੁਹਾਡੇ ਅੱਗੇ ਨਮਸਕਾਰ ਕਰਦਾ। ਪਹਿਲਾਂ ਹੁਕਮ ਮੰਨਿਆ, ਫਿਰ ਹੁਕਮ ਕਰਨ ਦੀ ਦਾਤ ਮਿਲ ਗਈ। ਪਹਿਲਾਂ ਹੁਕਮ ਮੰਨਣ ਦੀ, ਫਿਰ ਹੁਕਮ ਕਰਨ ਦੀ। ਇਹ ਜੀਵਨ ਵਿੱਚ ਨਤੀਜਾ। ਮਹਾਰਾਜ ਕਹਿੰਦੇ ਹੁਕਮੀ ਬੰਦੇ ਬਣ ਜਾਓਗੇ, ਸਚਿਆਰ ਬਣ ਜਾਓਗੇ, ਸੱਚੇ ਦੇ ਨਾਲ ਜੁੜ ਕੇ ਸੱਚੇ ਹੋ ਜਾਓਗੇ, ਤੁਹਾਡੇ ਵਿੱਚ ਤੇ ਵਾਹਿਗੁਰੂ ਜੀ ਵਿੱਚ ਕੋਈ ਭੇਦ ਨਹੀਂ ਰਹਿ ਜਾਏਗਾ। ਉਹ ਆਨੰਦ ਦਾ ਸੋਮਾ, ਤੁਸੀਂ ਵੀ ਆਨੰਦ ਦੇ ਵਿੱਚ ਆ ਜਾਓਗੇ। ਤੁਹਾਡਾ ਵੀ ਹਰ ਪਲ ਸਹਿਜ ਵਿੱਚ, ਟਿਕਾਓ ਵਿੱਚ, ਆਨੰਦ ਵਿੱਚ ਗੁਜ਼ਰੇਗਾ। ਲੇਕਿਨ ਇੱਕ ਗੱਲ ਯਾਦ ਰੱਖਿਓ ਕਿ ਮਜਬੂਰੀ ਦੇ ਵਿੱਚ ਗੱਲ ਮੰਨਣੀ ਹੋਰ ਹੁੰਦੀ ਹੈ, ਅੰਦਰ ਦੀ ਭੈ ਭਾਵਨੀ ਨਾਲ ਗੱਲ ਮੰਨਣੀ ਹੋਰ ਹੁੰਦੀ ਹੈ। ਬਾਣੀ ਦੇ ਵਿੱਚ ਇੱਕ ਮਹਾਰਾਜ ਨੇ ਬੜਾ ਵਿਸਮਾਦੀ ਬਚਨ ਕੀਤਾ ਹੈ। ਸਾਹਿਬ ਕਹਿੰਦੇ ਮਜਬੂਰੀ ਵਾਸਤੇ ਤੁਸੀਂ ਗੱਲਾਂ ਘਰਾਂ ਦੇ ਵਿੱਚ ਵੀ ਮੰਨਦੇ ਹੋ, ਬਾਹਰ ਵੀ ਲੈਣ ਦੇਣ ਵਿੱਚ ਮੰਨਦੇ ਹੋ, ਪਰ ਅੰਦਰ ਦੇ ਪਿਆਰ ਨਾਲ ਜਦੋਂ ਮੰਨੋ ਨਾ, ਉਹ ਮੰਨਣ ਵਿੱਚ ਰਸ ਆਉਂਦਾ ਹੈ। ਮਜਬੂਰੀ ਵਿੱਚ ਜਿਹੜੀ ਗੱਲ ਮੰਨਦੇ ਹੋ ਉਹਦੇ ਵਿੱਚ ਰਸ ਨਹੀਂ ਹੁੰਦਾ, ਉਹਦੇ ਵਿੱਚ ਆਨੰਦ ਸੁੱਖ ਨਹੀਂ ਮਿਲਦਾ। ਉਹ ਤੇ ਅਣਮੰਨੇ ਮਨ ਨਾਲ ਮਹਾਰਾਜ ਬਾਣੀ 'ਚ ਕਹਿੰਦੇ ਬੱਧਾ ਚੱਟੀ ਜੇ ਭਰੇ, ਨਾ ਗੁਣ ਨਾ ਵਿਕਾਰ, ਪਰ ਜੇ ਕਿਤੇ ਅੰਦਰ ਦੇ ਪਿਆਰ ਨਾਲ ਮੰਨਣਾ ਸਿੱਖ ਲਓਗੇ ਨਾ, ਬੜੀ ਖੇਡ ਵਾਪਰਦੀ ਹੈ। ਸਾਹਿਬ ਕਹਿੰਦੇ ਰਸ ਆਉਣਾ ਸ਼ੁਰੂ ਹੋ। ਹੁਣ ਦੇਖੀਏ ਨਾ ਕਿ 11 ਸਾਲ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਘਾਲਣਾ ਘਾਲਦਿਆਂ, ਗੁਰੂ ਦੇ ਹੁਕਮ ਮੰਨਦਿਆਂ ਕੋਈ ਸਵਾਦ ਹੀ ਆਇਆ ਹੋਣਾ ਹੈ ਨਾ, ਨਹੀਂ ਤੇ ਬਜ਼ੁਰਗੀ ਦੇ ਸਰੀਰ ਦੇ ਵਿੱਚ
ਨਾ ਸਿਆਲ ਦੇਖਿਆ, ਨਾ ਠੰਡ ਦੇਖੀ, ਨਾ ਬਰਫਾਨੀ ਹਵਾਵਾਂ ਦੇਖੀਆਂ, ਨਾ ਝੱਖੜ ਤੂਫਾਨ ਦੇਖੇ, ਨਾ ਦਿਨ ਦੇਖਿਆ, ਨਾ ਰਾਤ ਦੇਖੀ। ਉਸ ਬਜ਼ੁਰਗ ਸਰੀਰ ਦੇ ਵਿੱਚ ਮੀਲਾਂ ਤੱਕ ਜਾਣਾ, ਪਾਣੀ ਦੀ ਗਾਗਰ ਭਰ ਕੇ ਲਿਆਉਣੀ, ਇਸ਼ਨਾਨ ਕਰਾਉਣਾ, ਫਿਰ ਸਾਰਾ ਦਿਨ ਲੰਗਰ ਵਿੱਚ ਸੇਵਾ ਕਰਨੀ, ਘਾਲਣੀ ਔਰ ਇੱਕ ਰਸ ਟਿਕਾਓ ਵਿੱਚ ਰਹਿਣਾ, ਇੰਨਾ ਲੰਮਾ ਸਮਾਂ ਇਹ ਕਿਵੇਂ ਹੋ ਗਿਆ ਸਾਰਾ ਕੁਝ? ਮਹਾਰਾਜ ਕਹਿੰਦੇ ਇਹੀ ਰਸ ਹੈ। ਬਾਣੀ ਚ ਸਾਹਿਬ ਫਰਮਾਨ ਕਰਦੇ, ਜਿਨ ਭਾਣੇ ਕਾ ਰਸ ਆਇਆ, ਜਿਨ੍ਹਾਂ ਨੂੰ ਪਾਣੇ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਨਾ, ਤਿਨੀ ਵਿੱਚੋਂ ਭਰਮ ਚੁਕਾਇਆ, ਉਹਨਾਂ ਦੇ ਫਿਰ ਸਾਰੇ ਭਰਮ ਭੁਲੇਖੇ ਅੰਦਰੋਂ ਚੁੱਕੇ ਜਾਂਦੇ ਨੇ। ਐਸੀ ਸੋਝੀ, ਐਸੀ ਬਖਸ਼ਿਸ਼ ਮਿਲਦੀ ਹੈ ਕਿ ਆਨੰਦ ਹੀ ਆਨੰਦ, ਸੁੱਖ ਹੀ ਸੁੱਖ ਬਣਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਇਹੀ ਗੱਲ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ। ਇੱਥੇ ਆ ਕੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਮਰਜ਼ੀ ਨੂੰ, ਹੁਕਮ ਨੂੰ ਸਮਝ, ਉਹਨੇ ਤੇ ਕਰਨਾ ਹੈ। ਤੁਸੀਂ ਮੰਨੋ ਨਾ ਮੰਨੋ, ਕਹੀ ਜਾਓ ਤੁਸੀਂ ਇੱਥੇ ਏਦਾਂ ਕਿਉਂ ਹੋ ਗਿਆ ਜੀ, ਇੱਥੇ ਏਦਾਂ ਕਿ ਇੰਨੇ ਕਤਲੋਗਾਰਤ ਹੋਈ ਜਾਂਦੀ ਹੈ ਜੀ, ਇੰਨੇ ਜ਼ਿਆਦਤੀਆਂ ਹੋਈ ਜਾਂਦੀਆਂ, ਕਹੋ। ਗੁਰੂ ਨਾਨਕ ਸਾਹਿਬ ਨੇ ਵੀ ਆਖਿਆ, ਜਦੋਂ ਕਤਲੇਆਮ ਹੋਏ ਨਾ, ਗੁਰੂ ਨਾਨਕ ਸਾਹਿਬ ਨੇ ਵੀ ਆਖਿਆ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਆਖਿਆ ਨਾ, ਪਰ ਉਹਦੇ ਵਿੱਚ ਇੱਕ ਅਪਣੱਤ ਸੀ, ਉਹਦੇ ਵਿੱਚ ਵੀ ਇੱਕ ਰਸ ਸੀ। ਆਖਦਿਆਂ ਆਖਦਿਆਂ ਇੱਥੇ ਲਿਆ ਕੇ ਫੇਰ ਗੱਲ ਮੁਕਾਈ ਮਹਾਰਾਜ ਨੇ, ਜੋ ਤਿਸ ਭਾਵੈ ਸੋ ਥੀਐ, ਨਾਨਕ ਕਿਆ ਮਨੁੱਖ। ਪਾਤਸ਼ਾਹ, ਇਹਨਾਂ ਮਨੁੱਖਾਂ ਨੂੰ ਵੀ ਤੁਸੀਂ ਸਮਝਾ ਦਿਓ, ਸਾਨੂੰ ਵੀ ਸਮਝਾ ਦਿਓ ਕਿ ਤੁਹਾਡਾ ਕਰਨਾ ਸਾਨੂੰ ਚੰਗਾ ਲੱਗਣ ਲੱਗੇ। ਉਹਦਾ ਵਿਸਥਾਰ ਅੱਗੇ ਬਾਣੀ ਦੇ ਵਿੱਚ ਹੈ। ਪਾਣੇ ਵਿੱਚ ਕੋ ਵਿਰਲਾ ਆਇਆ, ਮਹਾਰਾਜ ਕਹਿੰਦੇ ਵਿਰਲਿਆਂ ਦੇ ਹਿੱਸੇ ਆਉਂਦੀ ਹੈ। ਇੱਥੇ ਵੀ ਆਪਾਂ ਬੈਠਦੇ ਹਾਂ, ਸਾਰਿਆਂ ਨੂੰ ਗੁਰੂ ਦੀ ਮੱਤ ਸੁਣ ਕੇ ਵੀ, ਪੜ੍ਹ ਕੇ ਵੀ, ਇੱਥੇ ਅਸੀਂ ਧਾਰਮਿਕ ਸ਼੍ਰੇਣੀ ਜਿਹਦਾ ਮੈਂ ਹਿੱਸਾ ਹਾਂ, ਅਸੀਂ ਵੀ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀ ਜਾਂਦੇ ਆ, ਸੁਣਾਈ ਜਾਂਦੇ ਆ, ਕਥਾ ਕਰੀ ਜਾਂਦੇ ਆ, ਕੀਰਤਨ ਕਰੀ ਜਾਂਦੇ ਆ, ਅਰਦਾਸਾਂ ਦੂਜਿਆਂ ਵਾਸਤੇ ਕਰੀ ਜਾਂਦੇ ਆ, ਪਰ ਸਾਡੇ ਅੰਦਰ ਵੀ ਪਾਣੇ ਕਾ ਰਸ ਆਇਆ ਦੀ ਅਵਸਥਾ ਬਣਦੀ ਨਹੀਂ। ਜਿਹਦੀ ਬਣ ਜਾਂਦੀ ਹੈ ਉਹ ਭਾਈ ਫੇਰੂ ਜੀ ਸੁੱਚੀ ਦਾੜੀ ਉਸ ਤਰ੍ਹਾਂ ਦੇ ਨਮਸਕਾਰ ਕਰਨ ਯੋਗ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਪਾਣਾ ਮੰਨੇ ਸੋ ਸੁਖ ਪਾਏ, ਪਾਣੇ ਵਿੱਚ ਸੁਖ ਪਾਏਂਦਾ। ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਪਾਣੇ ਨੂੰ ਮੰਨਣ ਦੀ ਬਲ ਬੁੱਧੀ ਸਮਰੱਥਾ ਪ੍ਰਾਪਤ ਹੋ ਜਾਂਦੀ, ਉਹਨਾਂ ਨੂੰ ਸੁਖ ਮਿਲਦਾ। ਮਹਾਰਾਜ ਕਹਿੰਦੇ ਮੈਂ ਕਰਕੇ ਦੇਖਿਆ, ਗੁਰਮੁਖ ਤੇਰਾ ਭਾਣਾ ਭਾਵੈ, ਸਹਿਜ ਹੀ ਸੁਖ ਸੱਚ ਕਮਾਵੈ। ਜਿਹੜਾ ਵੀ ਗੁਰੂ ਦੇ ਵੱਲ ਮੁਖ ਕਰਕੇ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਭਾਣੇ ਨੂੰ ਸਮਝ ਲੈਂਦਾ ਹੈ, ਤੇ ਜਿਨ੍ਹਾਂ ਨੂੰ ਵੀ ਹੇ ਵਾਹਿਗੁਰੂ ਜੀ ਤੁਹਾਡਾ ਭਾਣਾ ਚੰਗਾ ਲੱਗਣ ਲੱਗ ਜਾਂਦਾ ਹੈ, ਉਹਨਾਂ ਦੇ ਅੰਦਰ ਸਹਿਜ ਟਿਕਾਓ ਤੇ ਸੁਖ ਦੀ ਸਚਿਆਰ ਅਵਸਥਾ ਕਮਾਉਣ ਦੀ ਸੁਰਤੀ ਬਿਰਤੀ ਬਲ ਆ ਜਾਂਦਾ ਹੈ। ਭਾਣੇ ਨੂੰ ਲੋਚੈ ਸਭ ਕੋਈ, ਬਹੁ ਤੇਰੀ ਆਪਣਾ ਭਾਣਾ ਆਪ ਮਨਾਏਂਦਾ। ਹੁਣ ਮਹਾਰਾਜ ਨੇ ਬੜੀ ਰਮਜ਼ ਭਰੀ ਗੱਲ ਆਖੀ ਗੁਰੂ ਦੇ ਪਿਤਾ ਨੇ। ਮਹਾਰਾਜ ਕਹਿੰਦੇ ਜਦੋਂ ਇਸ ਤਰ੍ਹਾਂ ਮੈਂ ਭਾਣੇ ਦੀਆਂ ਗੱਲਾਂ ਕਰਦਾ ਨਾ, ਜਦੋਂ ਉਹਨਾਂ ਮਹਾਨ ਪੁਰਸ਼ਾਂ ਜਿਨ੍ਹਾਂ ਨੇ ਭਾਣਾ ਮੰਨ ਕੇ ਆਨੰਦ ਪ੍ਰਾਪਤ ਕਰ ਲਿਆ, ਉਹਨਾਂ ਦੀਆਂ ਜੀਵਨ ਕਹਾਣੀਆਂ ਸੁਣ ਕੇ, ਉਹਨਾਂ ਦੀ ਕਮਾਈ ਨੂੰ ਪੜ੍ਹਦਿਆਂ ਸੁਣਦਿਆਂ ਸਾਡੇ ਸਾਰਿਆਂ ਦੇ ਅੰਦਰ ਚਾਅ ਤੇ ਪੈਦਾ ਹੁੰਦਾ ਹੈ, ਐਦਾਂ ਦੀ ਕਿਤੇ ਖੇਡ ਸਾਡੇ ਜੀਵਨ 'ਚ ਵੀ ਵਾਪਰ ਜਾਏ। ਉਹ ਕਹਿੰਦੇ ਜੀ ਅਸੀਂ ਭਾਣਾ ਮੰਨਿਆ, ਤੁਸੀਂ ਵੀ ਭਾਣਾ ਮੰਨੋ। ਸਾਡੇ ਅੰਦਰ ਵੀ ਜੀ ਕਰ, ਅਸੀਂ ਵੀ ਦੂਜਿਆਂ ਨੂੰ ਹੱਥ ਦੇ, ਜਿਹੜੇ ਇੱਥੇ ਆਉਂਦੇ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਦੇ ਵਿੱਚ ਜੀ ਬੜੀਆਂ ਪ੍ਰਾਪਤੀਆਂ ਹੋਈਆਂ ਜੀ, ਇੱਥੇ ਇਹ ਦੇਹ ਰੋਗਤਾ ਮਿਲ ਗਈ ਜੀ, ਏਦਾਂ ਰੋਗ ਕੱਟੇ ਗਏ ਜੀ, ਇੱਥੇ ਆ ਕੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ, ਸੁਣ ਸੁਣਾ ਕੇ ਬਹੁਤ ਸਾਰੇ ਆ ਜਾਂਦੇ ਨੇ, ਅਸੀਂ ਵੀ ਆਈ ਜਾਂਦੇ। ਪਰ ਮਹਾਰਾਜ ਕਹਿੰਦੇ ਇਹ ਦੇਖਾ ਦੇਖੀ ਸੁਣ ਸੁਣਾ ਕੇ ਆ ਕੇ ਕਰਮਕਾਂਡੀ ਤਰੀਕੇ ਨਾਲ ਤੁਸੀਂ ਦੂਜਿਆਂ ਨੂੰ ਦੇਖ ਕੇ ਜੋ ਦੂਜੇ ਕਰਦੇ ਨੇ ਉਦਾਂ ਹੀ ਕਰਨ ਲੱਗ ਜਾਓਗੇ। ਇਦਾਂ ਨਹੀਂ ਵਾਪਰਦੀਆਂ ਹੁੰਦੀਆਂ ਖੇਡਾਂ। ਇਹ ਪਹਿਲਾਂ ਗੁਰੂ ਕੋਲ ਬੈਠ ਕੇ ਗੁਰੂ ਦੀ ਮੱਤ ਨੂੰ ਆਪਣੀ ਮੱਤ ਤੇ ਲਾਗੂ ਕਰਨ ਦੀ ਘਾਲਣਾ ਸਿੱਖਣੀ ਪੈਣੀ ਹੈ। ਉਹਦੇ ਅਨੁਸਾਰ ਆਪਣੇ ਜੀਵਨ ਦੇ ਵਿੱਚ ਅਣਮੰਨੇ ਮਨ ਨਾਲ ਨਹੀਂ, ਅੰਦਰ ਦੀ ਭੈ ਭਾਵਨੀ ਨਾਲ, ਸ਼ਰਧਾ ਨਾਲ, ਚਾਉ ਨਾਲ, ਸੁੱਚੇ ਮਨ ਨਾਲ, ਦੂਜੇ ਦੇਖਦੇ ਕਿ ਨਹੀਂ ਦੇਖਦੇ, ਦੂਜੇ ਕੁਝ ਕਰਦੇ ਕਿ ਨਹੀਂ ਕਰਦੇ, ਮੈਂ ਆਪਣੇ ਗੁਰੂ ਕੋਲੋਂ ਇਹ ਦਾਤ ਸਮਤ ਦੀ ਲੈ ਕੇ
गुरु दा आग्याकारी हुक्मी बंदा बन के गुरु दी बख्शिश दा पात्र बनना है। बस ਇਹਦੇ ਵਿੱਚ ਦੁਨੀਆ ਨਹੀਂ ਰਸਤੇ ਵਿੱਚ ਆਉਣੀ ਚਾਹੀਦੀ। ਕੋਈ ਮੈਨੂੰ ਮਾੜਾ ਕਹਿ ਰਿਹਾ, ਚੰਗਾ ਕਹਿ ਰਿਹਾ, ਇਹ ਨਹੀਂ ਗੱਲਾਂ ਧਿਆਨ ਵਿੱਚ ਆਉਣੀਆਂ ਚਾਹੀਦੀਆਂ। ਮੇਰੇ ਧਿਆਨ ਵਿੱਚ ਇੱਕੋ ਹੀ ਗੱਲ ਰਹਿਣੀ ਚਾਹੀਦੀ ਹੈ, ਮੇਰੇ ਗੁਰੂ ਨੂੰ ਕੀ ਭਾਉਂਦਾ ਹੈ, ਮੇਰੇ ਗੁਰੂ ਨੂੰ ਕੀ ਚੰਗਾ ਲੱਗਦਾ ਹੈ। ਮਹਾਰਾਜ ਕਹਿੰਦੇ, ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੇਰਾ ਆਪਣਾ ਅਨੁਭਵ ਇਹ ਹੈ ਕਿ ਜਿਹੜਾ ਦੇਖਾ ਦੇਖੀ ਕਰਦਾ, ਸੁਣ ਸੁਣਾ ਕੇ ਕਰਦਾ, ਬੱਧਾ ਚੱਟੀ ਕਰਦਾ, ਕਰਮਕਾਂਡੀ ਰੂਪ ਵਿੱਚ ਕਰਦਾ, ਉਹਦੇ ਜੀਵਨ ਚੋਂ ਖੜੋਤ ਨਹੀਂ ਟੁੱਟਦੀ, ਭਾਵੇਂ ਉਹ ਗੁਰੂ ਦਾ ਆਪਣਾ ਪੁੱਤਰ ਵੀ ਕਿਉਂ ਨਾ ਹੋਵੇ। ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚ ਉਹਨਾਂ ਦੇ ਸਕੇ ਪੁੱਤਰ ਨਹੀਂ ਇਹ ਦਾਤ ਪ੍ਰਾਪਤ ਕਰ ਸਕੇ। ਗੁਰੂ ਦੀ ਸੰਗਤ ਵਿੱਚ ਰਹਿ ਕੇ ਵੀ ਨਹੀਂ ਆਪਣਾ ਕ੍ਰੋਧ, ਆਪਣਾ ਹੰਕਾਰ, ਆਪਣੇ ਔਗੁਣਾਂ ਨੂੰ ਗੁਰੂ ਦੇ ਸੰਗਤ ਵਿੱਚ ਗੁਣਾਂ ਵਿੱਚ ਨਹੀਂ ਬਦਲ ਸਕੇ, ਤਾਂ ਇਹਦਾ ਇਹੀ ਕਾਰਨ ਹੈ ਕਿ ਉਹਨਾਂ ਨੂੰ ਗੁਰੂ ਅਮਰਦਾਸ ਜੀ ਵਾਂਗ ਗੁਰੂ ਦਾ ਆਗਿਆਕਾਰੀ ਸਿੱਖ ਸੇਵਕ ਬਣਨਾ ਨਹੀਂ ਆਇਆ। ਮਹਾਰਾਜ ਕਹਿੰਦੇ, ਭਾਵੇਂ ਪਾਣੇ ਨੂੰ ਲੋਚੈ ਬਹੁ ਤੇਰੀ, ਪਰ ਆਪਣਾ ਪਾਣਾ ਆਪ ਮਨਾਇੰਦਾ। ਜੀ ਤੇ ਬਖਸ਼ਿਸ਼ ਹੁੰਦੀ ਹੈ, ਉਹਦੇ ਜੀਵਨ ਵਿੱਚ ਇਹ ਪਾਣਾ ਮੰਨਣ ਦੀ ਸਮਤ ਅਵਸਥਾ ਆਉਂਦੀ। ਤੇਰਾ ਪਾਣਾ ਮੰਨੇ ਸੋ ਮਿਲੈ ਤੁਧ ਆਏ, ਜਿਸ ਪਾਣਾ ਭਾਵੈ ਸੋ ਤੁਝੈ ਸਮਾਏ। ਪਾਣੇ ਵਿੱਚ ਵੱਡੀ ਵਡਿਆਈ ਪਾਣਾ ਕਿਸੈ ਕਰਾਇੰਦਾ। ਮਹਾਰਾਜ ਕਹਿੰਦੇ, ਜਿਹੜਾ ਤੁਹਾਡਾ ਪਾਣਾ ਵਾਹਿਗੁਰੂ ਜੀ ਮੰਨ ਲੈਂਦਾ ਹੈ, ਉਹ ਤੁਹਾਡੇ ਨਾਲ ਆ ਕੇ ਮਿਲਾਪ ਦੀ ਅਵਸਥਾ ਪ੍ਰਾਪਤ ਕਰ ਲੈਂਦਾ। ਜਿਹੜਾ ਤੁਹਾਡਾ ਪਾਣਾ ਮੰਨਣਾ ਸਿੱਖ ਲਵੇ, ਤੁਹਾਡਾ ਪਾਣਾ ਜਿਹਨੂੰ ਭਾ ਜਾਵੇ, ਚੰਗਾ ਲੱਗਣ ਲੱਗ ਜਾਏ, ਉਹ ਤੁਹਾਡੇ ਨਾਲ ਲਿਵਲੀਨ ਹੋ ਜਾਂਦਾ ਹੈ। ਮਹਾਰਾਜ ਤੁਹਾਡੇ ਪਾਣੇ ਨੂੰ ਮੰਨਣ ਵਿੱਚ ਬਹੁਤ ਵੱਡੀ ਵਡਿਆਈ ਹੈ, ਬੜੀ ਸੋਭਾ ਹੈ। ਪਰ ਕਿਸੇ ਕਿਸੇ ਨੂੰ ਇਹ ਮੰਨਣਾ ਆਉਂਦਾ, ਜਾਂ ਤਿਸ ਪਾਵੈ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ। ਤੁਧ ਆਪਣਾ ਪਾਣਾ ਸਭ ਸ੍ਰਿਸ਼ਟ ਉਪਾਈ, ਜਿਸ ਨੂੰ ਪਾਣਾ ਦੇਹੇ ਤਿਸ ਪਾਇੰਦਾ। ਮਹਾਰਾਜ ਕਹਿੰਦੇ, ਇਹ ਪ੍ਰਾਪਤੀ ਕਿਵੇਂ ਹੁੰਦੀ ਹੈ ਪਾਣਾ ਮੰਨਣ ਦੀ ਅਵਸਥਾ ਦੀ? ਮਹਾਰਾਜ ਕਹਿੰਦੇ, ਜਿਹਨੂੰ ਗੁਰੂ ਮਿਲਾਉਂਦੇ ਹੈ, ਨਦਰ ਕਰਕੇ ਜਿਨ੍ਹਾਂ ਨੂੰ ਗੁਰੂ ਦੇ ਮਿਲਾਪ ਮਿਲਦੇ ਹੈ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ, ਤੇ ਉਹ ਸੰਗਤ ਵੀ ਜਿਹੜੀ ਅੰਦਰ ਦੇ ਪਿਆਰ ਦੀ ਮਿਲਦੀ ਹੈ, ਅੰਦਰ ਦੀ ਸ਼ਰਧਾ ਭਾਵਨੀ ਵਾਲੀ ਮਿਲਦੀ ਹੈ, ਉਹਨਾਂ ਨੂੰ ਗੁਰੂ ਦੇ ਦਰ ਤੋਂ ਗੁਰੂ ਸਾਹਿਬ ਟੁੱਟ ਕੇ ਵਾਹਿਗੁਰੂ ਜੀ ਦੀਆਂ ਸਿਫਤਾਂ, ਵਾਹਿਗੁਰੂ ਜੀ ਦੀ ਮਹਿਮਾ ਦੀ ਦ੍ਰਿੜਤਾ ਕਰਵਾਉਂਦੇ ਨੇ। ਉਹ ਸਿਫਤਾਂ ਨੂੰ ਆਪਣੇ ਜੀਵਨ ਵਿੱਚ ਚੇਤੇ ਰੱਖਣ ਦੀ, ਸਦਾ ਉਹਨਾਂ ਸਿਫਤਾਂ ਦਾ ਗੁਣਗਾਨ ਕਰਨ ਦੀ, ਚਿੰਤਨ ਕਰਨ ਦੀ ਦਾਤ ਦਿੰਦੇ ਨੇ। ਤੇ ਉਹ ਵਾਹਿਗੁਰੂ ਜੀ ਦੀਆਂ ਸਿਫਤਾਂ ਕਰਦਿਆਂ ਜਿਨ੍ਹਾਂ ਨੂੰ ਵਾਹਿਗੁਰੂ ਜੀ ਚੰਗੇ ਲੱਗਣ ਲੱਗ ਜਾਂਦੇ ਐ, ਤੇ ਵਾਹਿਗੁਰੂ ਨੂੰ ਚੰਗੇ ਲੰਘਦਿਆਂ ਰਿਜਾਉਣ ਦੀ ਜਿਨ੍ਹਾਂ ਦੇ ਅੰਦਰ ਜਾਚ ਆ ਜਾਂਦੀ ਹੈ, ਸਾਹਿਬ ਕਹਿੰਦੇ ਉਹਨਾਂ ਦੇ ਉੱਤੇ ਇਹ ਬਖਸ਼ਿਸ਼ ਹੁੰਦੀ ਹੈ ਵਾਹਿਗੁਰੂ ਜੀ ਦਾ ਹੁਕਮ ਹੀ ਬਣਨ ਦੀ। ਮਹਾਰਾਜ ਕਹਿੰਦੇ, ਭਾਵੇਂ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਸਾਰੀ ਪੈਦਾ ਕੀਤੀ, ਇਹ ਸਾਰੇ ਬੰਦੇ ਜੀਵ ਜੰਤ ਪੈਦਾ ਕੀਤੇ, ਪਰ ਜਿਸ ਨੂੰ ਪਾਣਾ ਦੇਹੇ ਤਿਸ ਭਾਇੰਦਾ। ਜਿਸ ਨੂੰ ਵਾਹਿਗੁਰੂ ਜੀ ਤੁਸੀਂ ਨਦਰ ਕਰਕੇ ਕਿਤੇ ਗੁਰੂ ਨਾਲ ਮਿਲਾ ਕੇ ਇਹ ਦਾਤ ਆਪਣਾ ਪਾਣਾ ਮੰਨਣ ਦੀ, ਹੁਕਮੀ ਬੰਦਾ ਬਣਨ ਦੀ ਦੇ ਦਿਓ, ਉਹਨਾਂ ਨੂੰ ਇਹ ਪਾਣਾ ਪਾਉਂਦਾ। ਤੇ ਜਿਨ੍ਹਾਂ ਨੂੰ ਤੁਹਾਡੀ ਮਰਜ਼ੀ, ਤੁਹਾਡਾ ਹੁਕਮ ਮੰਨਣ ਦੀ, ਉਹਦੇ ਹੁਕਮ ਅਨੁਸਾਰ ਹੀ ਜੀਵਨ ਜਿਉਣ ਦੀ ਜਾਚ ਆ ਜਾਏ, ਉਹਨਾਂ ਨੂੰ ਆਨੰਦ ਸੁਖ ਮਿਲਦਾ। ਅੱਜ ਇੰਨੇ ਹੀ ਬਚਨ ਆਪਾਂ ਵਿਚਾਰਨ ਦਾ ਯਤਨ ਕੀਤਾ। ਮੈਂ ਆਪ ਜੀ ਦੀ ਚਰਨਾਂ 'ਚ ਬੇਨਤੀ ਕਰਾਂ, ਠੀਕ ਹੈ ਮਰਿਆਦਾ ਵਿੱਚ ਬਾਣੀ ਦਾ ਇਹ ਲੜੀਵਾਰ ਵਿਚਾਰ ਚੱਲ ਰਿਹਾ ਹੈ, ਪਰ ਕੁਝ ਗੱਲਾਂ ਐਸੀਆਂ ਗਹਿਰ ਗੰਭੀਰ ਨੇ ਜਿਹੜੀਆਂ ਜਿੰਨਾ ਚਿਰ ਤੱਕ ਗੁਰੂ ਦੇ ਸ਼ਬਦਾਂ ਦੀ ਰੌਸ਼ਨੀ ਵਿੱਚ ਅਸੀਂ ਵਿਸਥਾਰ ਨਾਲ ਗਹਿਰਾਈ ਵਿੱਚ ਨਹੀਂ ਵਿਚਾਰਾਂਗੇ, ਅਰਥ ਕਰਕੇ ਤਾਂ ਆਪਾਂ ਰੋਜ਼ ਕਰਦੇ ਹਾਂ, ਪਰ ਜਦੋਂ ਥੋੜਾ ਜਿਹਾ ਗੁਰਬਾਣੀ ਦੀ ਗਹਿਰਾਈ 'ਚ ਇਹਨੂੰ ਸਮਝਾਂਗੇ, ਫੇਰ ਮਹਾਰਾਜ ਕਿਤੇ ਬਖਸ਼ਿਸ਼ ਕਰਨ, ਉਹ ਸਮੱਤ ਸਾਨੂੰ ਆਵੇ, ਸੋਝੀ ਆਵੇ। ਅੱਜ ਇੰਨੀ ਸੇਵਾ ਪ੍ਰਵਾਨ ਕਰਨੀ, ਕੱਲ ਗੁਰੂਦੇਵ ਕਿਰਪਾ ਕਰਨ, ਫਿਰ ਜੇ ਮਹਾਰਾਜ ਨੇ ਸਵਾਸ ਬਖਸ਼ਿਸ਼ ਕੀਤੀ, ਇਹ ਵਿਚਾਰ ਅੱਗੋਂ ਸਾਂਝੀ ਕਰਾਂਗੇ। ਇੰਨੇ ਸ਼ਬਦ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Shri Hare Krishna Piyaye, Shri Hare Krishna Piyaye.
दुख